ਨਿਹੰਗ ਸਿੰਘ ਇਹ ਸਾਡੇ ਇਤਿਹਾਸ ਤੇ ਸਾਡੇ ਧਰਮ ਦੇ ਵਿੱਚ ਬਹੁਤ ਵੱਡਾ ਨਾਮ ਹੈ, ਪਰ ਅੱਜ ਕੱਲ੍ਹ ਇਸ ਨਾਮ ਦੇ ਵਿਚਾਲੇ ਵਿਵਾਦ ਸਾਹਮਣੇ ਆ ਗਿਆ ਹੈ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸੰਯੁਕਤ ਕਿਸਾਨ ਮੋਰਚਾ ਤਕਰੀਬਨ 11 ਮਹੀਨਿਆਂ ਤੋਂ ਅੰਦੋਲਨ ਕਰ ਰਿਹਾ। ਇਸ ਦੇ ਵਿੱਚ ਨਿਹੰਗ ਸਿੰਘ ਵੀ ਉੱਥੇ ਸ਼ਾਮਲ ਹੈ ਕਿ ਤੇ ਸਿੰਘੂ ਬਾਰਡਰ ਤੇ ਜਿਹੜਾ ਮਰਡਰ ਹੋਇਆ ਉਸ ਤੋਂ ਬਾਅਦ ਇਸ ਤੇ ਬਹਿਸ ਬਹੁਤ ਜ਼ਿਆਦਾ ਛਿੜਕੀ ਹੈ ਕਿ ਨਿਹੰਗ ਅਸਲੀ ਕਿਹੜੇ ਆ ਤੇ ਨਕਲੀ ਕਿਹੜੇ ਆ। ਹੋ ਸਕਦਾ ਕਿ ਇਸ ਬਹਿਸ ਤੋਂ ਗੁਰੇਜ਼ ਵੀ ਕੀਤਾ ਜਾਵੇ, ਇਸ ਨੂੰ ਬਹਿਸ ਨਾ ਬਣਾਇਆ ਜਾਵੇ, ਪਰ ਇਸ ਤੇ ਸਵਾਲ ਹੋਣੇ ਲਾਜ਼ਮੀ ਹੈ। ਜੇ ਸਵਾਲ ਨਾ ਹੋਏ ਤਾਂ ਸਾਨੂੰ ਨਹੀਂ ਪਤਾ ਲੱਗੇਗਾ ਕਿ ਨਿਹੰਗਾਂ ਦੀ ਹੋਂਦ ਤੋਂ ਹੱਦ ਤੱਕ ਕਿੰਨੇ ਸਵਾਲ ਹੈਗੇ ਆ, ਕੌਣ ਕਿੰਨਾ ਜਾਣਦਾ ਹੈਗਾ। ਜਿੰਦਾ ਜੋ ਦਿਲ ਕਰਦਾ ਉਹ ਕਹੀ ਜਾਂਦਾ ਹੈਗਾ। ਬਾਬਾ ਫਤਿਹ ਸਿੰਘ, ਅਕਾਲੀ ਫੂਲਾ ਸਿੰਘ ਤੇ ਮਿਸਲਾਂ ਦੇ ਇਤਿਹਾਸ ਦੇ ਨਾਲ ਇਸ ਧਰਮ ਤੇ ਇਸ ਵਿਰਸੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਸਵਾਲ ਪੁੱਛਣੇ ਚਾਹੀਦੇ ਹੈਗੇ ਆ। ਪਰ ਜਿਵੇਂ ਹੀ ਬਾਬਾ ਅਮਨ ਸਿੰਘ ਦਾ ਨਾਮ ਇਸ ਪੂਰੇ ਮਾਮਲੇ ਦੇ ਵਿੱਚ ਆਉਂਦਾ ਤੇ ਉਸ ਤੋਂ ਬਾਅਦ ਸਵਾਲ ਆ ਜਿਹੜੇ ਵੱਡੇ ਹੋ ਗਏ। ਸਵਾਲ ਵੱਡੇ ਇਸ ਤਰੀਕੇ ਨਾਲ ਹੋ ਗਏ ਕਿ ਸਿਆਸਤ ਹੈ ਨਿਹੰਗ ਸਿੰਘਾਂ ਨੂੰ ਵਰਤਾ ਨਹੀਂ ਰਹੇਗੀ। ਤਸਵੀਰਾਂ ਕੁਝ ਸਾਹਮਣੇ ਆਉਂਦੀਆਂ, ਉਸ ਤੋਂ ਬਾਅਦ ਸਵਾਲ ਜ਼ਿਆਦਾ ਵੱਡੇ ਸ਼ੁਰੂ ਹੋ ਜਾਂਦੇ ਆ ਤੇ ਬੇਅਦਬੀ ਤੋਂ ਲੈ ਕੇ ਬਾਣੇ ਤੱਕ ਬਹਿਸ ਸ਼ੁਰੂ ਹੋ ਜਾਂਦੀ ਹੈ। ਪਰ ਸਾਡਾ ਸਵਾਲ ਇਹ ਹੈਗਾ ਕਿ ਬੇਅਦਬੀ ਤੋਂ ਬਾਣੇ ਤੱਕ ਕਿਹੜੀ ਬਹਿਸ ਦੀ ਲੋੜ ਹੈ ਕੀ ਹੈ। ਵੱਡਾ ਸਵਾਲ ਇਹੀ ਪੁੱਛਾਂਗੇ, ਨਿਸ਼ਾਨੇ ਤੇ ਨਿਹੰਗ ਕਿਉਂ? ਜਿਹੜੇ ਨਿਹੰਗ ਸਿੰਘਾਂ ਨੂੰ ਸਮਝਦੇ ਆ ਜਾਂ ਜਿਹੜੇ ਜਾਣਦੇ ਹੈ ਕਿ ਉਹਨਾਂ ਨੂੰ ਪਤਾ ਕਿ ਨਿਹੰਗ ਸਿੰਘਾਂ ਦੀਆਂ ਆਪਦੀਆਂ ਛੋਣੀਆਂ ਹੁੰਦੀਆਂ, ਜਿਸ ਤਰੀਕੇ ਨਾਲ ਉਹਨਾਂ ਨੂੰ ਰਵਾਇਤੀ ਪਹਿਰਾਵੇ ਵਿੱਚ ਦੇਖਿਆ ਜਾਂਦਾ ਹੈਗਾ, ਉਸ ਤੋਂ ਬਾਅਦ ਜਿਹੜੀ ਰਾਜਨੀਤੀ ਹੋ ਰਹੀ ਆ ਉਸ ਦੇ ਬਾਬਤ ਇਹ ਸਵਾਲ ਉੱਠ ਖੜੇ ਹੋਏ ਆ ਕਿ ਨਿਹੰਗ ਸਿੰਘਾਂ ਦੇ ਜਿਹੜੇ ਆਪਦੇ ਦਲ ਹੈਗੇ ਆ ਉਹਨਾਂ ਵਿੱਚ ਵਖਰੇਵਾਂ ਸ਼ੁਰੂ ਹੋ ਚੁੱਕਿਆ। ਉਹ ਵਖਰੇਵਾਂ ਕਿਉਂ ਹੈਗਾ, ਉਸ ਵਖਰੇਵੇਂ ਦੇ ਪਿੱਛੇ ਸੱਚਾਈ ਕੀ ਹੈਗੀ, ਉਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਪਹਿਲਾਂ ਬਿਆਨ ਸੁਣ ਲਈਏ ਹੋ ਕੀ ਰਿਹਾ ਕਿ ਅੱਜ ਤੋਂ ਬਾਅਦ ਸਾਡਾ ਅਮਨ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ। ਜੋ ਕੁਝ ਕੀਤਾ ਉਹ ਤੋਂ ਪੁੱਛ ਪੜਤਾਲ ਕਰੀ ਜਾਏ, ਉਹਨੂੰ ਪੁਲਿਸ ਚੱਕ ਉਹਦੇ ਡਾਂਗਾ ਮਾਰ ਉਹਦੋਂ ਗਲਾਵੇ। ਕੀ ਫੋਟੋ ਨਾਲ ਲੈਣ ਦੇਣਾ ਨਾ ਉਹਨੇ ਬਾਬਾ ਮਾਨ ਸਿੰਘ ਨੂੰ ਦੱਸਿਆ ਮੈਂ ਉੱਥੇ BJP ਨੂੰ ਮਿਲਣ ਚੱਲਿਆ, ਨਾ ਸਾਨੂੰ ਕਿਸੇ ਨੂੰ ਦੱਸਿਆ। ਇਹ ਜੋ ਕੁਝ ਬੋਲਦਾ ਸਭ ਝੂਠ ਬੋਲ ਰਿਹਾ। ਇਹਦੀ ਇਨਕੁਆਇਰੀ ਕਰਨੀ ਚਾਹੀਦੀ ਆ, ਠੀਕ ਆ ਨਾ। ਅਸੀਂ ਬਿਲਕੁਲ ਨਾਲ, ਅਸੀਂ ਸਾਫ਼ ਸੁਥਰੇ ਬੰਦੇ ਆ ਤੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ, ਜੇ ਸਾਡੇ 'ਚ ਏਮ ਕੀਮ ਕੋਈ ਨਿਕਲਿਆ ਜੀ ਪ੍ਰੂਫ ਵਿਦ ਪ੍ਰੂਫ ਸਾਡੇ ਸਾਹਮਣੇ ਕਰੋ। ਮੋਰਚੇ ਨੂੰ ਬਦਨਾਮ ਕਰਨ ਵਾਸਤੇ ਜਾਂ ਮੋਰਚੇ ਨੂੰ ਢਾਹ ਲਾਉਣ ਵਾਸਤੇ ਜਾਂ ਮੋਰਚੇ ਨੂੰ ਖੇਡਣ ਵਾਸਤੇ ਜਾਂ BJP ਨਾਲ ਕੋਈ ਸਾਜ਼ਿਸ਼ ਸਾਡੀ ਨਿਕਲੇ। ਬਾਬਾ ਜੀ ਖੜੇ ਨੇ, ਜ਼ਿੰਮੇਵਾਰੀ ਲੈਣੇ ਅਸੀਂ। ਜਾਂ ਬੇਅਦਬੀ ਦੇ ਮਾਮਲੇ ਦੇ ਵਿੱਚ ਅਸੀਂ ਗਲਤ ਕੋਈ ਐਕਸ਼ਨ ਲਿਆ ਹੋਵੇ, ਮੈਂ ਕਿਹਾ ਸਾਨੂੰ ਕੁੱਤਿਆਂ ਨੂੰ ਵੱਢ ਕੇ ਪਾ ਦਿਓ, ਹੋਰ ਕੁਝ ਨਾ ਕਰਿਓ। ਲਿਖ ਕੇ ਦੇਣ ਨੂੰ ਤਿਆਰ ਆ ਸੀ। ਜਿਹੜਾ ਬੰਦਾ ਸਾਡੇ ਚੋਂ ਗਲਤ ਪਾਇਆ ਜਾਂਦਾ ਹੈ ਉਹ ਬਿਨਾਂ ਪੁੱਛੇ ਤੋਂ ਆਪਣੇ ਘੋੜੇ ਲੈ ਕੇ ਤੇ ਆਪਣੇ ਜਿੱਥੇ ਮਰਜ਼ੀ ਜਾਵੇ। ਜੇ ਅਮਨਦੀਪ ਸਿੰਘ ਦੋਸ਼ੀ ਬਣਦਾ ਹੈ, ਇੱਕ ਦੋ ਦਿਨ 'ਚ ਅਸੀਂ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਾਂਗੇ। ਲੱਖਾ ਬਾਈ ਆ ਬਾਬਾ ਜੀ ਸਾਰਾ ਕੁਝ ਸ਼ਾਮ ਨੂੰ ਕਲੀਅਰ ਕੀਤਾ ਜਾਏਗਾ ਵੀ ਜੇ ਅਮਰਦੀਪ ਸਿੰਘ ਦੋਸ਼ੀ ਆ, ਬਾਬਾ ਮਾਨ ਸਿੰਘ ਉਹਨੂੰ ਸੰਗਲ ਲਾ ਕੇ ਬੰਨ੍ਹ ਕੇ ਜੋ ਸਜ਼ਾ ਦੇਵੇ ਬਾਬਾ ਮਾਨ ਸਿੰਘ ਦਾ ਹੱਕ ਬਣਦਾ, ਕਿਉਂਕਿ ਉਹਦੇ ਜਥੇਬੰਦੀ ਦਾ ਉਹ ਸੇਵਾਦਾਰ ਹੈ ਘੋੜਿਆਂ ਦਾ ਉਹਨਾਂ ਦਾ। ਤੁਹਾਡੀ ਬਾਬਾ ਮਾਨ ਸਿੰਘ ਨਾਲ ਵਿਚਾਰ ਚਰਚਾ ਹੋਈ ਹੈ? ਬਾਬਾ ਮਾਨ ਸਿੰਘ ਜੀ ਉਹਨਾਂ ਦੇ ਸੇਵਾਦਾਰ ਨੂੰ ਪੁੱਛਿਆ ਵੀ ਉਹ ਕੱਲ ਸ਼ਾਮ ਤੱਕ ਆ ਜਾਣਗੇ, ਕਿਉਂਕਿ ਜਿਹੜੇ ਸਾਡੀਆਂ 6 ਜਥੇਬੰਦੀਆਂ ਹੈ, ਅਸੀਂ 6 ਜਥੇਬੰਦੀ ਦੀ ਆਪਣੀ ਜ਼ਿੰਮੇਵਾਰੀ ਚੱਕ ਰਹੇ ਹਾਂ। ਹਰ ਬੰਦਾ ਆਪਣੀ ਜ਼ਿੰਮੇਵਾਰੀ ਚੱਕਦਾ। ਇਸ ਕਰਕੇ ਸਾਡਾ ਅਮਨਦੀਪ ਸਿੰਘ ਨਾਲ ਜੇ ਦੇਖੋ ਬਾਬਾ ਰਾਜ ਸਿੰਘ ਜੀ, ਅਸੀਂ ਸਾਡੀ ਕੋਈ ਵੀਡੀਓ ਵਾਇਰਲ ਕਰੋ ਸਾਡੀ ਕਿਸੇ ਮੰਤਰੀ ਨਾਲ 11 ਮਹੀਨੇ ਦੀ, ਫਿਰ ਤੁਸੀਂ ਸਾਡੇ ਤੇ ਕੋਈ ਟੈਗ ਲਾਇਓ। ਜਿਹੜਾ ਬੰਦਾ ਗਿਆ ਹੈ ਉਹ ਜ਼ਿੰਮੇਵਾਰੀ ਚੱਕੇ। ਜਿਵੇਂ ਪੁਲਿਸ ਪ੍ਰਸ਼ਾਸਨ ਵੀ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਕਲੀਅਰ ਕਰ ਦੇਣਾ, ਅਸੀਂ ਹੱਥ ਜੋੜ ਕੇ ਫਤਿਹ ਬੁਲਾ ਕੇ ਸੰਸਾਰ ਨੂੰ ਜਾਵਾਂਗੇ। ਪਰ ਸਾਡੇ ਤੇ ਜਿਹੜੇ ਸਾਰਿਆਂ ਨੂੰ ਸਾਡੇ ਵੱਲ ਵੀ ਵੇਖਣਾ ਪਊਗਾ। ਅਸੀਂ ਜ਼ਮੀਨ ਕਰਕੇ ਨਹੀਂ ਬੈਠੇ। ਇਹ ਵੀ ਚਮਕੌਰ ਸਾਹਿਬ ਤੋਂ ਨੇ, ਅਸੀਂ ਵੀ ਚਮਕੌਰ ਸਾਹਿਬ ਤੋਂ। ਬਾਬਾ ਰਾਇਆ ਰਾਜ ਨੇ ਇਹਨੂੰ ਪੁੱਛੋ ਇੱਕ ਵਾਰ ਕਲੀਅਰ ਕਰਕੇ ਵੀ ਮੈਂ ਇਹਨੂੰ ਕਿਹਾ ਮੇਰਾ ਕਸੂਰ ਕੱਢੋ ਕਿੱਥੇ। ਬਾਬਾ ਜੀ ਗੱਲ ਕਲੀਅਰ, ਜਿਹੜਾ ਮੁੱਦਾ ਚੱਲਦਾ ਤੁਹਾਡੀ ਫੋਟੋ ਵਾਲਾ, ਦੇਖੋ ਤੁਸੀਂ ਸਾਡੇ ਭਰਾ ਜੀ, ਠੀਕ ਹੈ ਨਾ। ਗੱਲ ਇਹ ਆ ਵੀ ਜਦੋਂ ਤੁਸੀਂ ਉੱਥੇ ਗਏ, ਸਾਨੂੰ ਨਹੀਂ ਪਤਾ ਵੀ ਫੋਟੋ ਕਦੋਂ ਲਵਾਈ, 2 ਮਹੀਨੇ 3 ਮਹੀਨੇ ਪਹਿਲਾਂ ਵੀ। ਇਹ ਤੁਸੀਂ ਇਹ ਦੱਸੋ ਵੀ ਸਾਨੂੰ ਦੱਸਿਆ ਸਾਡੇ ਨਾਲ ਸਵਾਲ ਹੁੰਦਾ ਮੀਡੀਆ ਚ ਸਾਡੇ ਨਾਲ ਸਵਾਲ ਹੁੰਦਾ ਵੀ ਮਾਮਨ ਸਿੰਘ ਕਿਹਨੂੰ ਨਾ ਸਾਨੂੰ ਪੁੱਛਿਆ ਵੀ ਬਾਬਾ ਮਾਨ ਸਿੰਘ ਦਾ ਨਾਮ ਦੱਸੋ ਵੀ ਉਹਨੂੰ ਦੱਸ ਕੇ ਗਏ ਜਾਂ ਉਹਨੂੰ ਪਹਿਲਾਂ ਕਲੀਅਰ ਕਰਾਂਗੇ। ਇਦਾਂ ਦੀ ਕੋਈ ਗੱਲ ਨਹੀਂ। ਮਾਨ ਸਿੰਘ ਜੀ ਵੱਲੋਂ ਭਾਈ ਅਮਨ ਸਿੰਘ ਦੀ ਉੱਥੇ ਕੋਈ ਡਿਊਟੀ ਨਹੀਂ ਲਾਈ ਤੇ ਨਾ ਹੀ ਉਹਦਾ ਬੁੱਢਾ ਦਲ ਪੰਥ ਨਾਲ ਕੋਈ ਸਬੰਧ ਆ। ਉਹਦੀ ਅਲੱਗ ਤੋਂ ਇੱਕ ਜਥੇਬੰਦੀ ਬਣਾਈ ਹੋਈ ਆ ਆਪਣੀ, ਉਹਦੇ ਨਾਲ ਪੰਥ ਦਾ ਕੋਈ ਸਰੋਕਾਰ ਨਹੀਂ, ਕੋਈ ਲੈਣਾ ਦੇਣਾ ਨਹੀਂ। ਇਹ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਬਾਬਾ ਜੀ ਦੇ ਨਾਲ ਉਹਨਾਂ ਦਾ ਨਾਮ ਨਾ ਜੋੜਿਆ ਜਾਵੇ ਤੇ ਅਮਨਦੀਪ ਨੂੰ ਵੀ, ਅਮਨ ਸਿੰਘ ਨੂੰ ਵੀ ਇਹ ਅਗਾਹ ਕੀਤਾ ਜਾਂਦਾ ਸਾਰੇ ਦਲ ਪੰਥ ਵੱਲੋਂ, ਬੁੱਢਾ ਦਲ ਦੇ ਜਿਹੜੇ ਸਿੰਘ ਨੇ ਤੇ ਜਥੇਦਾਰ ਬਾਬਾ ਮਾਨ ਸਿੰਘ ਜੀ ਵੱਲੋਂ ਵੀ ਭਾਈ ਤੂੰ ਪੰਥ ਦਾ ਨਾਮ ਨਹੀਂ ਵਰਤਣਾ, ਤੂੰ ਆਪਣੇ ਜਥੇਬੰਦੀ ਦਾ ਨਾਮ ਲਓ, ਆਪਣੇ ਜਥੇਬੰਦੀ ਦਾ ਨਾਮ ਵਰਤੋ।
ਦਲ ਪੰਥ ਬੁੱਢਾ ਦਲ ਦਾ ਨਾਮ ਨਾ ਵਰਤਿਆ ਜਾਵੇ। ਸਾਰੀ ਸਿੱਖ ਸੰਗਤਾਂ, ਕਿਸਾਨ ਜਥੇਬੰਦੀਆਂ, ਅਫਸਰ ਸਾਹਿਬਾਨ, ਸਰਕਾਰੀ ਦਰਬਾਰੇ ਸਭ ਨੂੰ ਇਹ ਸੂਚਿਤ ਕੀਤਾ ਜਾਂਦਾ ਕਿ ਜਹੇਦਾਰ ਬਾਬਾ ਮਾਨ ਸਿੰਘ ਜੀ ਦਾ ਉਹਨਾਂ ਨਾਲ ਕੋਈ ਸਬੰਧ ਨਹੀਂਗਾ। ਇਹ ਜੋ ਵੀ ਕੋਈ ਗਲਤ ਕੰਮ ਜੇ ਕਰ ਰਿਹਾ ਉਹਦੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਉਹ ਖੁੱਲ੍ਹ ਛੁੱਟ ਨੇ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ ਕਿ ਸਿੰਘੂ ਬਾਰਡਰ ਤੇ ਮਰਡਰ ਤੋਂ ਬਾਅਦ ਅਸਲੀ ਤੇ ਨਕਲੀ ਨਿਹੰਗ ਵਾਲੀ ਬਹਿਸ ਕਿਉਂ? ਇਸੇ ਮੁੱਦੇ ਤੇ ਬਹਿਸ ਹੋਵੇਗੀ ਤੇ ਪੈਨਲ ਜਿਹੜਾ ਸਾਡੇ ਨਾਲ ਹੈਗਾ ਉਹਨਾਂ ਨਾਲ ਤੁਹਾਡਾ ਤਾਰੁਫ ਕਰਾਉਂਦੇ ਆ ਤੇ ਉਸ ਤੋਂ ਬਾਅਦ ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਹਰਜਿੰਦਰ ਸਿੰਘ ਖਾਲਸਾ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਇਹ ਮੁਖੀ ਨੇ ਤੇ ਇਹਨਾਂ ਨੂੰ ਇਸ ਸਿਧਾਂਤ ਬਾਰੇ, ਇਸ ਪਹਿਰਾਵੇ ਬਾਰੇ, ਇਸ ਬਾਣੇ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈ। ਇਸ ਕਰਕੇ ਹਰਜਿੰਦਰ ਸਿੰਘ ਖਾਲਸਾ ਹੋਰਾਂ ਨੂੰ ਅਸੀਂ ਸੱਦਿਆ। ਖਾਲਸਾ ਜੀ, ਤੁਹਾਡਾ ਬਹੁਤ ਸਵਾਗਤ ਹੈ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਗੁਰਮੀਤ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ। ਅਕਸਰ ਇਹ ਮੰਚ ਦੇ ਨੇੜੇ ਹੁੰਦੇ ਆ ਤੇ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਰਕਾਰਾਂ ਨਾਲ ਬੈਠਕਾਂ ਕਰਦੀਆਂ ਉਹਦੇ ਵਿੱਚ ਸ਼ਾਮਲ ਹੁੰਦੇ, ਇਸ ਕਰਕੇ ਨੂੰ ਸੱਦਿਆ ਕਿਉਂਕਿ ਇਹਨਾਂ ਨੂੰ ਉੱਥੋਂ ਦੀ ਗਰਾਊਂਡ ਰਿਐਲਿਟੀ ਬਾਰੇ ਪਤਾ ਹੈ। ਗੁਰਮੀਤ ਸਿੰਘ ਮਹਿਮਾ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾ ਗਰਗ ਐਕਟਿਵਿਸਟ ਦੇ ਤੌਰ ਤੇ ਵਿਚਰਦੇ ਨੇ, ਇਹਨਾਂ ਨੂੰ ਇਸ ਕਰਕੇ ਸੱਦਿਆ ਕਿਉਂਕਿ ਜਿੱਥੇ ਇਹਨਾਂ ਨੂੰ ਸਮਾਜਿਕ ਤਾਣੇ ਬਾਣੇ ਬਾਰੇ ਪਤਾ ਹੈਗਾ ਉੱਥੇ ਖੇਤੀ ਕਾਨੂੰਨਾਂ ਬਾਰੇ ਪਤਾ ਹੈਗਾ, ਜਿਹੜੇ ਮੁੱਦੇ ਨੂੰ ਪਾਸੇ ਕੀਤਾ ਜਾ ਰਿਹਾ ਇਹ ਸਾਰੀ ਬਹਿਸ ਛੇੜ ਕੇ, ਇਸ ਕਰਕੇ ਡਾਕਟਰ ਗਰਗ ਨੂੰ ਅਸੀਂ ਸੱਦਿਆ। ਡਾਕਟਰ ਪਹਿਲਾ ਗਰਗ ਸਾਬਕਾ ਰਜਿਸਟਰਾਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ। ਡਾਕਟਰ ਗਰਗ, ਤੁਹਾਡਾ ਬਹੁਤ ਸਵਾਗਤ ਹੈ। ਮਾਲਵਿੰਦਰ ਸਿੰਘ ਮਾਲੀ ਪੋਲੀਟੀਕਲ ਕਮੈਂਟਰ ਦੇ ਤੌਰ ਤੇ ਵਿਚਰਦੇ ਨੇ ਤੇ ਮਾਲੀ ਸਾਹਿਬ ਆਪਣੇ ਸਟੈਂਡ ਕਰਕੇ ਜਾਣੇ ਜਾਂਦੇ ਆ ਕਿ ਕਿਸਾਨ ਮੋਰਚੇ ਦੇ ਬਾਬਤ ਜਿਹੜੇ ਸਟੈਂਡ ਲੈਂਦੇ ਹੈ ਕਿ ਤੇ ਜਿਸ ਤਰੀਕੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਪੰਥਕ ਧਿਰਾਂ ਹੈਗੀਆਂ ਉਹਨਾਂ ਬਾਬਤ ਇਹਨਾਂ ਦਾ ਕੀ ਸਟੈਂਡ ਹੈਗਾ ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਮਾਮਲੇ ਜਿਹੜੀ ਬਹਿਸ ਛੇੜੀ ਗਈ ਹੈ ਉਸ ਬਹਿਸ ਦਾ ਕੋਈ ਮਤਲਬ ਹੈ ਜਾਂ ਨਹੀਂ, ਇਹ ਮਾਲੀ ਸਾਹਿਬ ਸਾਨੂੰ ਦੱਸਣਗੇ। ਮਾਲੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਜੀ, ਇਹ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਮੈਂ ਪਹਿਲਾ ਸਵਾਲ ਤੁਹਾਨੂੰ ਇਹ ਕਰਨਾ ਚਾਹੁੰਦਾ, ਇਹ ਅਸਲੀ ਤੇ ਨਕਲੀ ਨਿਹੰਗ ਵਾਲੀ ਬਹਿਸ ਦਾ ਮਤਲਬ ਕੀ ਹੈ? ਦੇਖੋ ਜੀ, ਨਿਹੰਗ ਦਾ ਮਤਲਬ ਤੇ ਨਿਹੰਗ ਹੀ ਹੋਣਾ ਚਾਹੀਦਾ ਹੈ, ਪਰ ਜਿਹੜਾ ਅੱਜ ਅਸਲੀ ਤੇ ਨਕਲੀ ਵਾਲੀ ਗੱਲ ਚੱਲ ਪਈ ਹੈ, ਕਈ ਲੋਕ ਜਿਹੜੇ ਕਿ ਐਕਚੁਅਲੀ ਜਥੇਬੰਦੀ ਦੇ ਮੈਂਬਰ ਨਹੀਂ, ਜਥੇਬੰਦੀ ਦੇ ਡਿਸਪਲਿਨ ਦੇ ਵਿੱਚ ਨਹੀਂ ਰਹਿੰਦੇ ਤੇ ਭੇਖ ਧਾਰਨ ਕੀਤਾ ਹੋਇਆ, ਉਹਦੇ ਵਿੱਚ ਕੁਝ ਲੋਕ ਐਸੇ ਆ ਜਾਂਦੇ ਨੇ ਜਿਹੜੇ ਕ੍ਰਿਮੀਨਲ ਸਾਈਡ ਤੋਂ ਆਏ ਨੇ, ਉਹ ਸ਼ੈਲਟਰ ਲੈਣਾ ਚਾਹੁੰਦੇ ਨੇ, ਉਹ ਨਕਲੀ ਬਣੇ ਹੋਏ ਨੇ। ਕੁਝ ਐਸੇ ਨੇ ਜਿਹੜੇ ਸਰਕਾਰ ਵੱਲੋਂ, ਏਜੰਸੀਆਂ ਵੱਲੋਂ ਵਿੱਚ ਇਨਫਿਲਟਰੇਟ ਕੀਤੇ ਜਾਂਦੇ ਨੇ ਜਥੇਬੰਦੀਆਂ ਦੇ ਵਿੱਚ ਤਾਂ ਕਿ ਉਹਨਾਂ ਦੇ ਉੱਤੇ ਕੰਟਰੋਲ ਵੀ ਰੱਖਿਆ ਜਾ ਸਕੇ, ਉਹਨਾਂ ਦੀ ਸਾਰੀ ਖਬਰ ਵੀ ਮਿਲ ਸਕੇ, ਉਹਨਾਂ ਨੂੰ ਵੀ ਅਸੀਂ ਨਕਲੀ ਕਹਿ ਸਕਦੇ ਹਾਂ। ਸੋ ਜੀ ਨਕਲੀ ਦਾ ਲਫ਼ਜ਼ ਹੋਣਾ ਨਹੀਂ ਚਾਹੀਦਾ, ਪਰ ਬਦਕਿਸਮਤੀ ਦੇ ਨਾਲ ਇਹ ਅੱਜ ਪ੍ਰਚਲਿਤ ਵੀ ਹੋ ਗਿਆ ਤੇ ਸੱਚਾਈ ਵੀ ਇਹਦੀ ਸਾਹਮਣੇ ਆ ਗਈ ਹੈ। ਖਾਲਸਾ ਜੀ ਇਹੋ ਜਿਹਾ ਕੇਸ ਆ ਗਿਆ। ਠੀਕ ਹੈ ਖਾਲਸਾ ਜੀ, ਮੇਰਾ ਸਵਾਲ ਇਸ ਕਰਕੇ ਸੀਗਾ ਕਿ ਸਾਰੇ ਨਿਹੰਗ ਸਿੰਘਾਂ ਨੂੰ ਇੱਕੋ ਕਤਾਰ ਵਿੱਚ ਕਿਉਂ ਖੜਾ ਕੀਤਾ ਜਾ ਰਿਹਾ? ਜੇ ਇੱਕ ਵੱਲੋਂ ਇਹ ਮਾਮਲਾ ਸਾਹਮਣੇ ਆਇਆ, ਉਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਉਂਦੀਆਂ, ਉਸ ਤੋਂ ਬਾਅਦ ਇਹ ਪਤਾ ਲੱਗਦਾ ਕਿ ਕੌਨਸਪੀਰੇਸੀ ਹੈਗੀ, ਉਹਦੇ ਲਈ ਜਾਂਚ ਕਮੇਟੀ ਗਠਿਤ ਕੀਤੀ ਜਾਂਦੀ ਹੈ, ਉਹ ਕੌਨਸਪੀਰੇਸੀ ਹੈ ਜਾਂ ਨਹੀਂ, ਉਹਦਾ ਸੱਚ ਬਾਹਰ ਆ ਜਾਊਗਾ। ਰਜਿੰਦਰ ਖਾਲਸਾ ਜੀ, ਪਰ ਸਾਰਿਆਂ ਨੂੰ ਇੱਕੋ ਕਤਾਰ ਵਿੱਚ ਕਿਉਂ ਖੜੇ ਕਰ ਦਿੱਤਾ ਗਿਆ? ਨਹੀਂ, ਇੱਕੋ ਕਤਾਰ ਦੇ ਵਿੱਚ ਤੇ ਖੜੇ ਨਹੀਂ ਕੀਤਾ ਜਾਣਾ ਚਾਹੀਦਾ, ਲੇਕਿਨ ਇੱਕ ਗੱਲ ਜਿਹੜੀ ਹੈ ਨਾ, ਜਿਸ ਵੇਲੇ ਇੱਕ ਸ਼ੱਕ ਦੇ ਵਿੱਚ ਕੰਮ ਆ ਜਾਵੇ ਤੇ ਉੱਥੇ ਪਹਿਚਾਣ ਕਰਨੀ ਬੜੀ ਮੁਸ਼ਕਲ ਹੈ। ਤੁਸੀਂ ਕਿਹਦੀ ਪਹਿਚਾਣ ਕਰੋਗੇ ਵੀ ਇਹ ਠੀਕ ਹੈ ਤੇ ਇਹ ਗਲਤ ਹੈ? ਉਸ ਵੇਲੇ ਬੈਟਰ ਇਹ ਹੁੰਦਾ ਕਿ ਉਹਨਾਂ ਨਾਲੋਂ ਥੋੜਾ ਜਿਹਾ ਜਿਹੜਾ ਫਾਸਲਾ ਬਣਾ ਲਿਆ ਜਾਏ ਤਾਂ ਕਿ ਸਾਰੇ ਮੋਰਚੇ ਨੂੰ, ਸਾਰੇ ਸੰਘਰਸ਼ ਨੂੰ ਉਹਦਾ ਅਸਰ ਨਾ ਪਹੁੰਚੇ। ਠੀਕ ਮੈਂ ਵਾਪਸ ਆਉਂਗਾ ਤੁਹਾਡੇ ਨਾਲ, ਸਾਰੇ ਮੋਰਚੇ ਨੂੰ ਅਸਰ ਪਹੁੰਚ ਸਕਦਾ ਹੈ। ਚਲੋ, ਇਸ ਕਰਕੇ ਜਿਹੜਾ ਥੋੜਾ ਫਾਸਲਾ ਬਣਾਉਣਾ ਬੜਾ ਜ਼ਰੂਰੀ ਹੈ। ਠੀਕ ਹੈ, ਮੈਂ ਵਾਪਸ ਆਉਂਗਾ ਤੁਹਾਡੇ। ਗੁਰਮੀਤ ਸਿੰਘ ਮਹਿਮਾ, ਅਕਸਰ ਤੁਸੀਂ ਮੰਚ ਦੇ ਨੇੜੇ, ਮੈਂ ਤੁਹਾਨੂੰ ਉੱਥੇ ਦੇਖਦਾ ਤੇ ਮੰਚ ਦੇ ਨੇੜੇ ਹੀ ਇਹ ਸਭ ਕੁਝ ਇਹਨਾਂ ਦਾ ਛਾਉਣੀ ਬਣਾਈ ਹੋਈ ਆ ਜਾਂ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਦੱਸ ਸਕਦੇ ਹੋ। ਗੁਰਮੀਤ ਸਿੰਘ ਮਹਿਮਾ, ਤੁਹਾਡਾ ਕਨਫਲਿਕਟ ਆ ਆਪਸ ਵਿੱਚ, ਤਣਾਅ ਹੈ ਤੁਹਾਡੇ ਵਿੱਚ ਕਿਸਾਨ ਮੋਰਚੇ ਤੇ ਨਿਹੰਗ ਸਿੰਘਾਂ ਦੇ ਵਿਚਾਲੇ? ਗੁਰਮੀਤ ਸਿੰਘ ਮਹਿਮਾ, ਵੇਖੋ ਜੀ, ਲਗਾਤਾਰ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਸਾਡੇ ਸਟੇਜ ਜਿਹੜੀ ਉਹਦੇ ਬਿਲਕੁਲ ਅਗਲੇ ਪਾਸੇ ਬੈਠੇ ਹੋਏ ਨੇ ਤੇ ਜਦੋਂ ਸਾਡਾ ਮੋਰਚਾ ਸ਼ੁਰੂ ਹੋ ਗਿਆ ਸੀ ਉਦੋਂ ਲਗਭਗ 15-20 ਦਿਨ ਬਾਅਦ ਚ ਗਏ ਆ ਤਾਂ ਅਸੀਂ ਜਿਹੜਾ ਮੋਰਚੇ ਦੇ ਵਿੱਚ ਅਸੀਂ ਇਕੱਲਾ ਕਿਸਾਨ ਜਥੇਬੰਦੀਆਂ ਤਾਂ ਨਹੀਂ ਸਮਝਦੇ ਮੋਰਚਾ, ਅਸੀਂ ਸਮਝਦੇ ਹਾਂ ਕਿ ਸਾਰੇ ਹੀ ਵਰਗਾਂ ਦਾ ਹੈ, ਸਿੱਖਾਂ ਦਾ ਵੀ, ਹਿੰਦੂਆਂ ਦਾ ਵੀ, ਮੁਸਲਮਾਨਾਂ ਦਾ, ਸਾਰਿਆਂ ਦਾ ਹੈ। ਤਾਂ ਇਸ ਲਈ ਅਸੀਂ ਤਾਂ ਸਾਰਿਆਂ ਨੂੰ ਹੀ ਮਾਨਤਾ ਦੇ ਕੇ ਚੱਲੇ ਆ ਸ਼ੁਰੂ ਤੋਂ ਹੀ ਕਿ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ। ਪਰ ਉਹਦੇ ਚੱਲਦਿਆਂ ਜਿਵੇਂ 26 ਨੂੰ ਵੀ ਅੰਦੋਲਨ ਤੇ ਹਮਲਾ ਹੋਇਆ ਹੈ, ਉਹ ਬੀਜੇਪੀ ਦਾ ਕਿਸੇ ਰਾਹੀਂ ਵੀ ਕੀਤਾ ਗਿਆ ਹਮਲਾ ਸੀ, ਤਾਂ ਉਹਦੇ ਚੱਲਦਿਆਂ ਇਹ ਵੀ ਹਮਲਾ ਜਿਹੜਾ ਹੋਇਆ ਹੈ ਔਰ ਇਹਦੇ ਵਿੱਚ ਵੀ ਜਿਹੜਾ ਅਸਲੀ ਤੇ ਨਕਲੀ ਨਹੀਂ ਕਹਿਣਾ ਚਾਹੀਦਾ ਕਿ ਜਿਹੜਾ ਸਿੱਖੀ ਸਿਧਾਂਤਾਂ ਨੂੰ ਨਹੀਂ ਮੰਨਦਾ ਉਹ ਸਿੱਖ ਨਹੀਂ ਗਾ, ਉਹ ਨਿਹੰਗ ਵੀ ਨਹੀਂ ਗਾ।
ਸੋ ਇਸ ਲਈ ਜਿਹੜੇ ਸਿੱਖੀ ਭੇਸ ਦੇ ਵਿੱਚ ਆ ਕੇ ਉੱਥੇ ਜਿਹੜੇ ਨਿਹੰਗ ਜਥੇਬੰਦੀਆਂ ਦੇ ਵਿੱਚ ਸ਼ਾਮਲ ਹੋ ਕੇ ਤਾਂ ਸਾਡੇ ਅੰਦੋਲਨ ਦੇ ਉੱਤੇ ਜਿਹੜਾ ਹਮਲਾ ਕਰ ਰਹੇ ਨੇ, ਉਹਦੇ ਤੋਂ ਲਗਾਤਾਰ ਉਹ ਜਦੋਂ ਹਮਲਾ ਕਰਨਗੇ, ਜਿਹੜੀਆਂ ਸਾਡੀਆਂ ਕੋਈ ਸਾਫ਼ ਜਥੇਬੰਦੀਆਂ ਨੇ, ਸਾਫ਼ ਜਥੇਦਾਰ ਨੇ, ਉਹ ਵੀ ਉਹਨਾਂ ਦੇ ਨਾਲ ਜਿਹੜਾ ਵਲੇਟੇ ਜਾ ਰਹੇ ਨੇ, ਜਾਂ ਉਹਨਾਂ ਦੀਆਂ ਵਿੱਚ ਜਿਵੇਂ ਜਿਹੜੀ ਘਟਨਾ ਵਾਪਰੀ, ਵੱਡੀ ਘਟਨਾ ਵਾਪਰੀ, ਵੱਡੀ ਸਾਜ਼ਿਸ਼ ਸੀ, ਪਰ ਉਹ ਜਿਹੜੀਆਂ ਸਾਫ਼ ਜਥੇਬੰਦੀਆਂ ਵੀ ਉਸ ਘਟਨਾ ਨੂੰ ਨਹੀਂ ਪੜ੍ਹ ਸਕੀਆਂ, ਔਰ ਜਿਹੜਾ ਹੁਣ ਉਹ ਨਖੇੜਾ ਵੀ ਬਣਾ ਰਹੀਆਂ ਨੇ। ਪਰ ਲੰਬੇ ਸਮੇਂ ਤੋਂ ਜਿਹੜਾ ਜਦੋਂ ਅਸੀਂ ਕਹਿ ਰਹੇ ਹਾਂ ਵੀ ਇਹਦੇ ਤੋਂ ਤੁਸੀਂ ਬਾਜ਼ ਆਓ, ਲਗਾਤਾਰ ਨੋਟ ਵੀ ਕਰਾਉਂਦੇ ਨੇ, ਆ ਘਟਨਾ ਹੋਰ ਵਾਪਰਦੀਆਂ ਰਹੀਆਂ ਨੇ, ਪਰ ਉਹਦੇ ਚੋਂ ਜੇ ਇਹ ਸਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨੂੰ ਗੰਭੀਰ ਨਹੀਂ ਲੈ ਰਹੀਆਂ ਸੀ, ਤਾਂ ਉਹਦੇ ਅਸੀਂ ਸਮਝਦੇ ਹਾਂ ਕਿ ਇਹ ਨਾ ਗੰਭੀਰਤਾ ਨਾਲ ਲੈਣ ਕਰਕੇ ਇਹ ਵੱਡੀ ਘਟਨਾ ਵਾਪਰੀ ਏ। ਔਰ ਇਹ ਸਾਡੇ ਨਿਹੰਗ ਜਥੇਬੰਦੀਆਂ ਸਾਰੀਆਂ ਉੱਤੇ ਹੀ ਸਵਾਲ ਹੈ ਕਿ ਇਹਨੂੰ ਕਿਵੇਂ ਰੋਕਿਆ ਜਾਵੇ, ਅੰਦੋਲਨ ਕਿੱਦਾਂ ਬਚਾਇਆ ਜਾਵੇ। ਠੀਕ, ਗੁਰਮੀਤ ਸਿੰਘ ਮਾਮਾ ਇੱਕ ਸਵਾਲ ਦਾ ਜਵਾਬ ਦੇ ਦਿਓ, ਫਿਰ ਮੈਂ ਬ੍ਰੇਕ ਲੈਣੀ ਹੈ। ਨਿਹੰਗ ਜਥੇਬੰਦੀਆਂ ਉੱਥੇ ਰਹਿਣ, ਉੱਥੇ ਆਪਦੀ ਛਾਉਣੀ ਬਣਾਉਣ, ਉੱਥੇ ਘੋੜੇ ਰੱਖਣ, ਹਥਿਆਰ ਰੱਖਣ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ? ਇਤਰਾਜ਼ ਦੇਖੋ ਜੀ, ਜਿਹੜੀਆਂ ਤਾਂ ਅੰਦੋਲਨ ਦੇ ਜਿਹੜੇ ਦਿਸ਼ਾ ਨਿਰਦੇਸ਼ ਅੰਡਰ ਚੱਲਦੀਆਂ ਨੇ, ਸਾਡੇ ਅੰਦੋਲਨ ਦੇ ਪੱਖ 'ਚ ਚੱਲਦੀਆਂ ਨੇ, ਜਥੇਬੰਦੀਆਂ ਦੀ ਗੱਲ ਮੰਨ ਕੇ ਚੱਲਦੀਆਂ ਨੇ, ਉਹ ਤੇ ਉੱਥੇ ਬਹਿਣ ਅੰਦੋਲਨ ਦੀ ਹਮਾਇਤ 'ਚ ਬੈਠੀਆਂ ਹੋਈਆਂ ਨੇ, ਕਿਉਂਕਿ ਕੱਲੀਆਂ ਨਿਹੰਗ ਜਥੇਬੰਦੀਆਂ ਨਹੀਂ ਬੈਠੀਆਂ ਉੱਥੇ। ਉੱਥੇ ਸਾਡੇ 120 ਲੰਗਰ ਨੇ ਸਿੰਘੂ ਬਾਰਡਰ ਤੇ ਲੱਗੇ ਹੋਏ 9 ਕਿਲੋਮੀਟਰ ਦੇ ਵਿੱਚ, ਔਰ ਵੱਖ-ਵੱਖ ਸੰਸਥਾਵਾਂ ਦੇ ਨੇ, ਔਰ ਬਾਕੀ ਸਾਰੀਆਂ ਸੰਸਥਾਵਾਂ ਹੀ ਅੰਦੋਲਨ ਦੀ ਸਪੋਰਟ ਵਿੱਚ ਨੇ। ਇਹਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈਗੀ ਹੈ, ਜਿਹੜੀ ਸਾਡੇ ਸੋਚਣ ਦਾ ਸਵਾਲ ਹੈ, ਵੇਖਣ ਦਾ ਸਵਾਲ ਹੈ ਵੀ ਇਹ ਕਿਉਂ ਹੈ। ਚਲੋ ਮੈਂ ਥੋੜਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ, ਡਾਕਟਰ ਗਰਗ ਕੋਲ ਵੀ ਜਾਵਾਂਗੇ ਤੇ ਮਿਸਟਰ ਮਾਲੀ ਕੋਲ ਵੀ ਜਾਵਾਂਗੇ। ਨਿਸ਼ਾਨੇ ਤੇ ਨਿਹੰਗ ਕਿਉਂ ਹੈ ਕਿ ਗੁਰੂ ਦੀ ਲਾਡਲੀ ਫੌਜ ਇਹਨਾਂ ਨੂੰ ਕਿਹਾ ਜਾਂਦਾ ਹੈਗਾ, ਤੇ ਲਾਡਲੀ ਫੌਜ ਤੇ ਜਿਹੜੇ ਸਵਾਲ ਹੁਣ ਖੜੇ ਕੀਤੇ ਜਾ ਰਹੇ ਆ, ਉਹ ਸਵਾਲ ਕਿਤੇ ਸਮਾਜਿਕ ਪਾੜੇ ਵੱਲ ਤਾਂ ਨਹੀਂ ਵਧਾ ਰਹੇ। ਸਾਨੂੰ ਇਹ ਸੋਚਣਾ ਪਵੇਗਾ, ਕਿਉਂਕਿ ਜਿਸ ਤਰੀਕੇ ਨਾਲ ਇਸ ਫੌਜ ਨੂੰ ਤਿਆਰ ਕੀਤਾ ਗਿਆ ਉਸ ਦਾ ਇੱਕ ਮਕਸਦ ਹੈ, ਇੱਕ ਨਵੇਕਲਾਪਨ ਹੈ, ਇੱਕ ਵਿਲੱਖਣਪਨ ਹੈਗਾ, ਉਸ ਵਿਲੱਖਣਪਨ ਤੇ ਨਿਸ਼ਾਨੇ ਤਾਂ ਲਾਏ ਜਾ ਰਹੇ। ਸਾਡਾ ਸਵਾਲ ਇਹੀ ਹੈ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ ਅਸੀਂ, ਸਿੰਘੂ ਬਾਰਡਰ ਤੇ ਮਰਡਰ ਤੋਂ ਬਾਅਦ ਅਸਲੀ ਤੇ ਨਕਲੀ ਨਿਹੰਗ ਵਾਲੀ ਬਹਿਸ ਕਿਉਂ ਛੜੀ ਹੈ? ਡਾਕਟਰ ਪਹਿਲਾ ਗਰਗ, ਵੈਸੇ ਹੋ ਸਕਦਾ ਕਿ ਇਹਨਾਂ ਸ਼ਬਦਾਂ ਤੋਂ ਵੀ ਮੈਂ ਟਾਲਾ ਵੱਟ ਸਕਦਾ ਸੀ, ਅਸਲੀ ਤੇ ਨਕਲੀ, ਪਰ ਸਮਾਜ ਦੇ ਵਿੱਚ ਜਿਹੜਾ ਇਸ ਵਕਤ ਇਹ ਸਾਰਾ ਵਹਿਣ ਹੈ, ਉਸ ਬਾਬਤ ਮੈਨੂੰ ਸਵਾਲ ਕਰਨੇ ਪੈ ਰਹੇ। ਡਾਕਟਰ ਗਰਗ, ਜੇ ਅਸੀਂ ਪੰਜਾਬ ਤੋਂ ਬਾਹਰ ਕਿਤੇ ਨਜ਼ਰ ਮਾਰਾਂਗੇ, ਡਾਕਟਰ ਗਰਗ, ਜੇ ਤੁਹਾਡੀ ਵੀ ਕਿਸੇ ਨਾਲ ਗੱਲ ਹੁੰਦੀ ਹੋਊਗੀ, ਤਾਂ ਨਿਹੰਗ ਸਿੰਘ ਨੂੰ ਇਸ ਤਰੀਕੇ ਪੇਸ਼ ਕਰ ਦਿੱਤਾ ਗਿਆ, ਇਹ ਤਾਂ ਤਾਲੀਬਾਨੀ ਹੈ, ਇਹ ਭੀੜ ਤੰਤਰ ਹੈ। ਡਾਕਟਰ ਗਰਗ, ਉਹਨਾਂ ਨੂੰ ਕੀ ਸਮਝਾਵਾਂਗੇ? ਸਾਰੇ ਨਿਹੰਗ ਸਿੰਘ ਕੀ ਕਰਦੇ ਆ? ਨਿਹੰਗ ਸਿੰਘ ਬਣੇ ਕਿਉਂ ਸੀ? ਡਾਕਟਰ ਗਰਗ ਦੇਖੋ, ਗੱਲ ਤੁਹਾਡੀ ਸਹੀ ਹੈ। ਜਦ ਜਿਵੇਂ ਕਹਿੰਦੇ ਨੇ ਵੀ ਇੱਕ ਮੱਛੀ ਸਾਰਾ ਤਲਾਬ ਨੂੰ ਗੰਦਾ ਕਰਨ ਵਾਲੀ ਗੱਲ ਹੋ ਜਾਂਦੀ ਹੈ, ਫਿੱਟੇ ਚਾਟੀ ਦੁੱਧ ਦੀ, ਕਾਂਜੀ ਦੀ ਇੱਕ ਚਿੱਟੇ, ਤੇ ਜਦ ਜਿਹੜਾ ਉਹਨਾਂ ਨੇ ਕਾਰਾ ਕਰਿਆ ਉਹ ਨਾ ਤਾਂ ਸਿੱਖੀ ਦੇ ਅਨੁਸਾਰ ਹੈ, ਨਾ ਉਹ ਕਿਸੇ ਵੀ ਧਰਮ ਦੇ ਅਨੁਸਾਰ ਹੈ, ਉਹ ਕਿਸੇ ਕਾਨੂੰਨ ਦੇ ਅਨੁਸਾਰ ਨਹੀਂ ਹੈ। ਉਹਦੇ ਵਿੱਚ ਜਿਹੜੇ ਅਸੀਂ ਕਹਿਣਾ ਵੀ ਘੱਟੋ ਘੱਟ ਸਬੂਤ ਜਿਹੜੇ ਹੁੰਦੇ ਨੇ ਉਹ ਵੀ ਸਭ ਦੇ ਸਾਹਮਣੇ ਪਹਿਲਾਂ ਨਹੀਂ ਰੱਖੇ ਗਏ। ਜਿਹੜਾ ਪ੍ਰਚਾਰ ਕਰੇਗਾ ਉਹ ਵੀ ਝੂਠ ਕਰੇਗਾ। ਉਹਦੇ ਵਿੱਚੋਂ ਲੋਕਾਂ 'ਚ ਜਿਹੜੀ ਸਿੱਖਾਂ ਦੀ, ਸਿੱਖ ਫਲਸਫੇ ਦੀ ਤੇ ਜਿਹੜੀ ਪੰਜਾਬੀਆਂ ਦੀ ਇੱਕ ਪਛਾਣ ਬਣੀ ਸੀ, ਉਹਨੂੰ ਬਹੁਤ ਵੱਡਾ ਧੱਕਾ ਵੱਜਿਆ, ਤੇ ਕਿਸਾਨੀ ਜਿਹੜਾ ਮੋਰਚਾ ਉਹਨੂੰ ਤਾਂ ਧੱਕਾ ਵੱਜਿਆ ਹੀ ਵੱਜਿਆ। ਸੋ ਜਿਹੜੀ ਕੇਂਦਰ ਦੀ ਸਰਕਾਰ ਉਹ ਨਹੀਂ ਚਾਹੁੰਦੀ ਸੀ ਕਿ ਏਡਾ ਵੱਡਾ ਜਿਹੜਾ ਸਿੱਖਾਂ ਦਾ ਦੁਨੀਆ ਦੇ ਵਿੱਚ ਪ੍ਰਚਾਰ ਹੋ ਗਿਆ ਵੀ ਤਾਂ ਬੜੇ ਹਿਊਮਨ ਨੇ, ਇਹ ਤਾਂ ਬੜੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਮਦਦ ਕਰਨ ਵਾਲੇ ਨੇ, ਇਹ ਤਾਂ ਛਾਤੀ ਢਾਹ ਕੇ ਖੜੇ ਹੋ ਜਾਂਦੇ ਨੇ, ਚਾਹੇ ਰੋਹਿੰਗਿਆਂ ਦਾ ਮਾਮਲਾ ਹੋਵੇ, ਚਾਹੇ ਸ਼ਹੀਨ ਬਾਗ ਦਾ ਮਾਮਲਾ ਹੋਵੇ। ਇਹ ਤਾਂ ਇਹ ਵੀ ਨਹੀਂ ਦੇਖਦੇ ਵੀ ਕੱਲ੍ਹ ਇਹਨਾਂ ਨੇ ਸਾਨੂੰ ਵੱਢਿਆ ਸੀ, ਫਿਰ ਵੀ ਇਹ ਤਾਂ ਉਹਨਾਂ ਨੂੰ ਲੰਗਰ ਛਕਾ ਦਿੰਦੇ ਨੇ, ਪੁਲਿਸ ਵਾਲਿਆਂ ਨੂੰ ਲੰਗਰ ਛਕਾ ਰਹੇ ਨੇ। ਸੋ ਉਹਦੇ ਵਿੱਚੋਂ ਕਿਸਾਨ ਮੋਰਚਾ ਜਿਹੜਾ ਉਹਨੂੰ ਜਿਹੜੇ ਲੀਡ ਕਰ ਰਹੀਆਂ ਨੇ ਜਥੇਬੰਦੀਆਂ, ਉਹ ਬੜੀਆਂ ਸ਼ਾਂਤਮਈ ਨੇ ਇਸ ਗੱਲ ਦੇ ਬਾਵਜੂਦ ਕਿ ਬਹੁਤ ਸਾਰੀ ਉਤੇਜਨਾ ਕਰਨ ਦੀ ਕੋਸ਼ਿਸ਼ ਕਰੀ, ਬਹੁਤ ਸਾਰੀਆਂ ਸ਼ਰਾਰਤਾਂ ਕਰਨ ਦੀਆਂ ਕੋਸ਼ਿਸ਼ ਕਰੀਆਂ, ਉਹਨੂੰ ਤੋੜਨ ਦੀ ਲੋੜ ਸੀ। ਦੂਜਾ ਲਖੀਮਪੁਰ ਖੇੜੀ ਦਾ, ਉਹਦੇ ਵਿੱਚ ਜਿਹੜੀ ਸਾਡੇ ਸਾਹਮਣੇ ਗੱਲ ਆ ਗਈ, ਹੁਣ ਅਸਲੀ ਨਕਲੀ ਦਾ ਗੱਲ ਕੀ ਹੁੰਦੀ ਹੈ। ਇੱਕ ਹੈਗੀ ਹੈ ਕਿ ਨਿਹੰਗ ਆਪਣਾ ਕੰਮ ਕਰਨਾ, ਨਿਹੰਗਾਂ ਵਾਲੀ ਗੱਲ ਹੀ ਕਰਨਾ, ਤੇ ਜੋ ਜਿਸ ਪਰ ਉਦੇਸ਼ ਵਾਸਤੇ, ਚਾਹੇ ਉਹ ਤਰਨਾ ਦਲ ਸੀ ਚਾਹੇ ਬੁੱਢਾ ਦਲ ਸੀ, ਕਰਨਾ ਦੋ ਹੀ ਸੀਗੇ। ਤਰਨਾ ਦਲ ਯੰਗ ਬੰਦਿਆਂ ਦੇ ਵਾਸਤੇ ਸੀ, ਤਰਨ ਯੰਗ ਨੂੰ ਕਹਿੰਦੇ ਨੇ। ਸੋ ਉਹ ਆਪਣਾ ਕੰਮ ਕਰਨ ਦੀ ਬਜਾਏ ਕੁਝ ਸਮੇਂ ਤੋਂ ਉਹਨਾਂ ਨੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਾਂ ਸਰਕਾਰਾਂ ਨੇ ਕਿਸੇ ਨਾ ਕਿਸੇ ਅਨਸਰ ਨੇ ਉਹਦੇ ਨਾਲ ਰਲਣਾ ਸ਼ੁਰੂ ਕਰਤਾ ਆਪਸ ਵਿੱਚ। ਹੁਣ ਜਿਹੜਾ ਇਹ ਜੋ ਘਟਨਾ ਹੋਈ ਹੈ ਉਹਦੇ ਵਿੱਚ ਉਹੀ ਦਲ ਸ਼ਾਮਲ ਹੈ ਜਿਹਨੇ 1984 ਤੋਂ ਬਾਅਦ ਬੂਟਾ ਸਿੰਘ ਨਾਲ ਮਿਲ ਕੇ ਅਕਾਲ ਤਖਤ ਸਾਹਿਬ ਦੀ, ਸ਼੍ਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਸਰਕਾਰ ਦੀ ਮਦਦ ਕਰਕੇ ਬਣਵਾਈ ਸੀ, ਤੇ ਜਿਹੜਾ ਸਿੰਘਾਂ ਨੂੰ ਫਿਰ ਦੁਬਾਰਾ ਢਾਹ ਕੇ ਬਣਾਉਣਾ ਪਿਆ ਵੀ ਨਹੀਂ ਸਾਡੀ ਅਣਖ ਹੈ, ਅਸੀਂ ਇਹ ਨਹੀਂ ਹੈ ਸਰਕਾਰ ਦਾ ਬਣਾਇਆ ਨਹੀਂ ਬਰਦਾਸ਼ਤ ਕਰਾਂਗੇ। ਉਹੀ ਬੰਦੇ ਗਾਂਜਾ ਫੜਨ ਦੀਆਂ ਹੋਰ 100 ਗੱਲਾਂ ਤੁਹਾਡੇ ਸਾਹਮਣੇ ਆ ਗਈਆਂ ਨੇ।
ਉਹ ਇੱਕ ਵਰਤਾਂਤ ਜਿਹੜਾ ਮੈਂ ਕਹਿਣਾ ਵੀ ਇਹ ਸਰਕਾਰ ਨਾਲ ਮੈਨੂੰ ਤੁਸੀਂ ਫੋਟੋਆਂ ਤੋਂ ਕਹਿੰਦਾ ਮੈਂ ਇੱਕ ਵਰਤਾਂਤ ਤੋਂ ਕਿਹਾ ਸੀ, ਪਹਿਲੇ ਦਿਨ ਹੀ ਕਿਹਾ ਸੀ। ਇੱਕ ਤਾਂ ਇਹ ਹੈ ਕਿਸੇ ਦਲਿਤ ਨੂੰ ਲੈ ਕੇ ਉਹਦੇ ਰਾਹੀਂ ਕੁਝ ਕਰਾਓ ਤੇ ਉਦੋਂ ਮੁੜ ਕੇ ਕਹੋ ਪਾਗਲ ਹੈ। ਇਹ ਸਰਕਾਰ ਦਾ ਵਰਤਾਂਤ ਹੈ, ਚਾਹੇ ਉਹ ਤਲਵੰਡੀ ਸਾਬੋ ਦੀ ਘਟਨਾ ਹੋਵੇ, ਚਾਹੇ ਸੰਗਰੂਰ ਦੀ ਹੋਵੇ, ਚਾਹੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਹੋਵੇ, ਹਰੇਕ ਜਗ੍ਹਾ ਤੇ ਚਾਹੇ ਇਹ ਹੋਵੇ। ਦੂਜਾ ਉਹਦੇ ਵਿੱਚ ਇੱਕ ਵਰਤਾਂਤ ਸਿਰਜਿਆ ਗਿਆ ਹੈ ਜਿਹੜਾ 26 ਨੂੰ ਸਿਰਜਿਆ ਸੀ, ਹੁਣ ਸੰਗਤ ਫੈਸਲਾ ਕਰੂਗੀ। ਹੁਣ ਵੀ ਇਹੀ ਕਿਹਾ ਜਾ ਰਿਹਾ ਸੰਗਤ ਫੈਸਲਾ ਕਰੂ ਵੀ ਅਸੀਂ ਉੱਥੇ ਰਹਿਣਾ ਜਾਂ ਨਹੀਂ ਰਹਿਣਾ। ਸੰਗਤ ਕਿਹਨੂੰ ਕਹਿੰਦੇ ਨੇ? ਉਹ ਇਹ ਬਹੁਤ ਤੌਰ ਤਰੀਕਾ ਹੁੰਦਾ ਹੈ ਵੀ ਜਿਹੜੀ ਟੋਟਲ ਲੀਡਰਸ਼ਿਪ ਹੈ ਕਿਸਾਨੀ ਮੋਰਚੇ ਦੀ, ਉਹਨੇ ਜਨਤਾ ਉੱਥੇ ਬੈਠੀ ਹੈ, ਉਹਨੂੰ ਆਈਸੋਲੇਟ ਕਰ ਦਿਓ, ਉਹਨੂੰ ਮਾਈਨਸ ਕਰ ਦਿਓ। ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਕਿਸਾਨੀ ਮੋਰਚੇ ਦੀ ਲੀਡਰਸ਼ਿਪ ਦਾ ਕੋਈ ਮਤਲਬ ਨਹੀਂ, ਉਹ ਤਾਂ ਐਵੇਂ ਹੀ ਬੈਠੀ ਹੈ। ਇਹ ਤਾਂ ਸੰਗਤ ਫੈਸਲਾ। ਕਿਹੜੀ ਸੰਗਤ ਦੀ ਗੱਲ ਕਰਦੇ ਨੇ? ਜਿਹੜੀ ਉਹਨਾਂ ਦੀ ਆਪਦੀ, ਜਿਹੜੇ ਇਕੱਠੇ ਕਰਕੇ ਨਾਅਰੇ ਲਵਾ ਦਿਓ, ਜਕਾਰੇ ਛਡਾ ਦਿਓ, ਕੁਝ ਵੀ ਕਰਾ ਲਓ। ਸੋ ਇਹ ਜਿਹੜਾ ਵਰਤਾਂਤ ਹੈ ਇਹ ਵੀ ਪਹਿਲਾਂ 'ਚ ਇਹੀ ਹੋਇਆ, 26 ਨੂੰ ਵੀ ਇਹੀ ਆ, ਹੁਣ ਵੀ ਉਹੀ ਆ। ਸੋ ਜਿਹੜੇ ਇਹ ਵਰਤਾਂਤ ਸਿਰਜਦੇ ਨੇ, ਫੋਟਾ ਆਉਣ ਜਾਂ ਨਾ ਆਉਣ, ਉਹਨਾਂ ਦੇ ਉੱਤੇ ਕੇਸ ਗਾਂਜੇ ਦਾ ਬਣਿਆ ਹੋਵੇ ਜਾਂ ਨਾ ਬਣਿਆ ਹੋਵੇ, ਉਹਨਾਂ ਦੇ ਆਪਸ ਵਿੱਚ ਕਤਲ ਹੋਏ ਹੋਣ ਜਾਂ ਨਾ ਹੋਏ ਹੋਣ, ਬਗੀਚੀ ਦੇ ਵਿੱਚ ਪਟਿਆਲੇ ਕਬਜ਼ੇ ਦੇ ਵਾਸਤੇ ਉਹਨਾਂ ਨੇ ਸਰਵਲੋਕ ਗ੍ਰੰਥ ਛਾਪਿਆ ਹੋਵੇ ਜਾਂ ਨਾ ਛਾਪਿਆ ਹੋਵੇ, ਬੇਅਦਬੀ ਸਰਵਲੋਕ ਗ੍ਰੰਥੀ ਹੋਈ ਹੋਵੇ ਜਾਂ ਦਸਮ ਗ੍ਰੰਥੀ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ, ਹਾਲਾਂਕਿ ਸਰਵਲੋਕ ਗ੍ਰੰਥ ਸੀ, ਪਰ ਕਿਸੇ ਵੀ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਪਰ ਇਹ ਬੇਅਦਬੀ, ਫੇਰ ਜੇ ਬੇਅਦਬੀ ਕਹਿੰਦੇ ਨੇ, ਜਿਹੜੇ ਬੰਦੇ ਨੂੰ ਬੁਲਾ ਕੇ ਉੱਥੇ ਲਿਆਂਦਾ ਗਿਆ ਉਹਨੂੰ ਨਿਹੰਗਾਂ ਵਾਲਾ ਬਾਣਾ ਕਿਹਨੇ ਪਵਾਇਆ? ਤਾਂ ਸਿਰ ਤੋਂ ਗੱਜਾ ਉਹਨੂੰ ਕਿਹਨੇ ਕਸ਼ਹਿਰਾ ਪਵਾਇਆ? ਜੇ ਉਹ ਫੇਰ 4-5 ਦਿਨ ਚ ਕਸ਼ਹਿਰਾ ਵੀ ਪਾਏ, ਸਭ ਕੁਝ ਹੈ, ਇਹ ਬੇਅਦਬੀ ਨਹੀਂ ਬਾਣੇ ਦੀ? ਬਹੁਤ ਸਾਰੇ ਲੋਕ ਸਵਾਲ ਕਰ ਰਹੇ ਨੇ। ਤੇ ਇਸ ਕਰਕੇ ਅੱਜ ਸਾਰੇ ਨਿਹੰਗਾਂ ਨੂੰ ਇੱਕ ਪਾਸੇ ਲਿਜਾਣਾ, ਕਿਉਂਕਿ ਨਿਹੰਗਾਂ ਨੇ ਪਹਿਲਾਂ ਜਿਵੇਂ ਬਹੁਤਿਆਂ ਨੇ ਨਹੀਂ ਕਰਿਆ, ਗੋਦੀ ਮੀਡੀਆ ਨੇ ਤਾਂ ਜਾਂ ਸਰਕਾਰ ਨੇ ਤਾਂ ਇਹ ਕਰਨਾ ਹੀ ਸੀ ਕਿਉਂਕਿ ਉਹਦੀ ਚਾਲ ਸੀ, ਪਰ ਬਹੁਤ ਸਾਰੇ ਲੋਕਾਂ ਨੇ ਵੀ ਇਹਨੂੰ ਡਿਫਰੈਂਸ਼ੀਏਟ ਨਹੀਂ ਕਰਿਆ। ਈਵਨ ਕਿਸਾਨ ਜਥੇਬੰਦੀਆਂ, ਚਾਹੇ ਤਾਂ ਉਹ ਕਹਿ ਲਓ ਵੀ ਸੰਕੋਚ ਕਰ ਰਹੀਆਂ ਸੀ, ਉਹਨਾਂ ਨੇ ਵੀ ਇਸ ਨੂੰ ਸਰਕਾਰ ਦੀ ਉਸ ਪੱਧਰ ਦੀ ਚਾਲ ਨਹੀਂ ਕਿਹਾ। ਹਾਲਾਂਕਿ 26 ਵੇਲੇ ਤਾਂ ਬਿਲਕੁਲ ਨਹੀਂ ਚਾਲ ਕਿਹਾ ਸੀ, ਹੁਣ ਕਿਹਾ ਕਿ ਚਾਲ ਹੈ, ਪਰ ਉਸ ਲੈਵਲ ਦੀ ਨਹੀਂ ਕਿਹਾ। ਇਸੇ ਕਰਕੇ ਨਿਆਇਕ ਜਾਂਚ ਦੀ ਨਹੀਂ ਮੰਗ ਕਰੀ। ਨਿਆਇਕ ਜਾਂਚ ਤੋਂ ਬਗੈਰ ਸਾਹਮਣੇ ਨਹੀਂ ਆ ਸਕਦਾ ਕਿ ਕਿਹੜੀਆਂ ਜਥੇਬੰਦੀਆਂ ਰਲੀਆਂ ਹੋਈਆਂ ਨੇ, ਕਿਹੜੀਆਂ ਨਹੀਂ ਰਲੀਆਂ ਹੋਈਆਂ। ਸਾਰੇ ਬੰਦੇ ਇੱਕੋ ਜਿਹੇ ਹੁੰਦੇ ਨਹੀਂ ਕਿਤੇ ਵੀ, ਨਾ ਉਹ ਕਿਸਾਨਾਂ 'ਚ ਇੱਕੋ ਜਿਹੇ ਨੇ, ਨਾ ਉਹਨਾਂ ਦੇ ਸਮਰਥਕਾਂ 'ਚ ਇੱਕੋ ਜਿਹੇ ਨੇ, ਨਾ ਸਰਕਾਰਾਂ 'ਚ ਇੱਕੋ ਜਿਹੇ ਨੇ, ਨਾ ਨਿਹੰਗਾਂ 'ਚ ਇੱਕੋ ਜਿਹੇ ਨੇ, ਨਾ ਖਾਲਸਾ ਪੰਥ 'ਚ ਇੱਕੋ ਜਿਹੇ ਨੇ। ਬੰਦੇ ਚੰਗੇ ਮਾੜੇ ਹਰ ਜਗ੍ਹਾ ਤੇ ਹੁੰਦੇ ਨੇ, ਪਰ ਪਛਾਣ ਕਰਕੇ ਨਖੇੜਾ ਕਰਨਾ ਜ਼ਰੂਰੀ ਹੁੰਦਾ ਹੈ। ਠੀਕ ਹੈ, ਨਖੇੜਾ ਕਰਨਾ। ਮਾਲੀ ਸਾਹਿਬ, ਤੁਸੀਂ ਤਾਂ ਇਸ ਸਾਰੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਜਿਹੜੇ ਨਿਹੰਗ ਦਲ ਹੈਗੇ ਆ, ਇਹਨਾਂ ਦੇ ਸਾਰੇ ਚੋਣੀਆਂ, ਬੁੱਢਾ ਦਲ ਹੈ, ਤਰਨਾ ਦਲ ਹੈ, ਅਸੀਂ ਜਦੋਂ ਹੋਲਾ ਮਹੱਲਾ ਤੇ ਜਾਂਦੇ ਹਾਂ ਉੱਥੇ ਤਕਰੀਬਨ ਇਹ ਸਾਰੇ ਦਲ ਉੱਥੇ ਪਹੁੰਚੇ ਹੁੰਦੇ ਆ। ਮੇਰਾ ਸਵਾਲ ਹੈ ਮਾਲੀ ਸਾਹਿਬ, ਇਹਨਾਂ ਦਾ ਕਿਤੇ ਤਾਂ ਕੋਈ ਰਿਕਾਰਡ ਹੋਊਗਾ ਨਾ ਵੀ ਕਿਹੜੀ ਜਥੇਬੰਦੀ ਹੈ ਜਿਹੜੀ ਉਹ ਦਰੁਸਤ ਹੈ ਜਾਂ ਕਿਹੜੀ ਜਥੇਬੰਦੀ ਦੇ ਵਿੱਚ ਸ਼ਰਾਰਤੀ ਅੰਸ ਤੁਰੇ ਫਿਰਦੇ ਆ? ਕੋਈ ਤਾਂ ਅੰਕੜਾ ਹੋਊਗਾ ਕਿਸੇ ਕੋਲੇ ਮਿਸਟਰ ਮਾਲੀ? ਨਹੀਂ ਜੀ, ਅੰਕੜਿਆਂ ਦਾ ਸਵਾਲ ਨਹੀਂ, ਨਾ ਇਹ ਅਸਲੀ ਤੇ ਨਕਲੀ ਦਾ ਸਵਾਲ ਆ। ਅਸਲ ਦੇ ਵਿੱਚ ਸਮਾਜ ਪ੍ਰਤੀ, ਜ਼ਿੰਦਗੀ ਪ੍ਰਤੀ, ਕਿਸਾਨ ਅੰਦੋਲਨ ਪ੍ਰਤੀ ਪਹੁੰਚ ਦਾ ਸਵਾਲ ਆ। ਡਾਕਟਰ ਸਾਹਿਬ ਨੇ ਵੀ ਚਲੋ ਗੱਲ ਕੀਤੀ ਆ ਵੀ ਇਹ ਉਹੀ ਨਿਹੰਗ ਨੇ, ਉਦੋਂ ਤਾਂ ਵੱਡੇ ਦਲ ਇਕੱਠੀ ਹੁੰਦੇ ਸੀ ਜਿਨ੍ਹਾਂ ਨੇ ਸਰਕਾਰ ਦਾ ਡਟ ਕੇ ਸਾਥ ਦਿੱਤਾ ਤੇ ਕਾਰ ਸੇਵਾ ਕੀਤੀ ਆ ਅਕਾਲ ਤਖਤ ਸਾਹਿਬ ਦੀ। ਇਹਨਾਂ ਦੇ ਵਿੱਚ ਉਹੀ ਅਜੀਤ ਸਿੰਘ ਪੂਲਾ ਜਦੋਂ ਮੁੰਡਿਆਂ ਨੂੰ ਫੜ ਕੇ ਮਾਰਿਆ ਜਾ ਰਿਹਾ ਸੀ, ਜਿਹੜਾ ਸਮੇਲ ਸਿੰਘ ਸ਼ੈਣੀ ਦਾ ਇੱਕ ਸ਼ਿਕਾਰੀ ਸੀ, ਤੇ ਜਦੋਂ ਜੇਲ੍ਹ ਗਿਆ ਮੁੜ ਕੇ ਉੱਥੇ ਉਹਨੂੰ ਤੇਲ ਪਾ ਕੇ ਸਾੜਿਆ ਗਿਆ। ਨਿਹੰਗ ਸਿੰਘਾਂ ਬਾਰੇ ਜਿੱਥੋਂ ਤੱਕ ਮੈਂ ਜਾਣਦਾ, ਖਾਲਸਾ ਪੰਥ ਵੱਲੋਂ ਜੋ ਨਿਰਧਾਰਤ ਰਵਾਇਤਾਂ ਨੇ ਇਹ ਉਹਨਾਂ ਦੀ ਆਰਾਮਕਾਰ ਦੇ ਵਿੱਚ ਨਹੀਂ ਆਉਂਦੇ। ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਵੀ ਗ੍ਰੰਥ ਤੁਸੀਂ ਪ੍ਰਕਾਸ਼ ਨਹੀਂ ਕਰ ਸਕਦੇ, ਨਾ ਉਹਦੀ ਕਥਾ ਕਰ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਹੋਏ ਕਿਸੇ ਦਾ ਹਵਾਲਾ ਦਿੱਤਾ ਜਾ ਸਕਦਾ, ਤੇ ਇਹ ਰਹਿਤ ਮਰਿਆਦਾ ਦੇ ਵਿੱਚ ਵੀ ਇਹ ਲਿਖਿਆ ਹੋਇਆ, ਤੇ ਇਹ ਉਹਨੂੰ ਨਹੀਂ ਮੰਨਦੇ ਜੀ। ਪਹਿਲੀ ਗੱਲ। ਦੂਜੀ ਗੱਲ, ਠੀਕ ਆ ਮਹਿਮਾ ਸਾਹਿਬ ਦੀ ਗੱਲ, ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਜਥੇਬੰਦੀਆਂ ਆਈਆਂ ਹੋਈਆਂ ਨੇ, ਧਿਰਾਂ ਆਈਆਂ ਹੋਈਆਂ ਨੇ, ਵਿਚਾਰਾਂ ਵਾਲੇ ਆਏ ਹੋਏ ਨੇ, ਪਰ ਇੱਕ ਸ਼ਰਤ ਪੱਕੀ ਆ ਕਿ ਉਹ ਕਿਸਾਨ ਅੰਦੋਲਨ ਦੇ ਮੰਤਵ ਨੂੰ ਠੀਕ ਸਮਝ ਕੇ ਆਏ ਹੋਏ ਨੇ। ਜੇ ਉਹਨਾਂ ਦਾ ਕੋਈ ਮਤਭੇਦ ਵੀ ਹੋਵੇ, ਉਹ ਹਵਾ 'ਚ ਨਹੀਂ ਉਠਾਉਂਦੇ, ਉਹ ਆਪਣੇ ਹਿਸਾਬ ਨਾਲ ਕਿਸੇ ਤਰੀਕੇ ਨਾਲ ਸੁਝਾਅ ਦੇ ਸਕਦੇ ਆ। ਪਰ ਇੱਥੇ ਕੀ ਹੋਇਆ, ਕਿਸਾਨ ਅੰਦੋਲਨ ਦਾ ਬਿਰਤਾਂਤ ਸਭ ਤੋਂ ਪਹਿਲਾਂ ਕੀ ਆ? ਪੁਰਅਮਨ ਤੇ ਸ਼ਾਂਤੀਪੂਰਵਕ ਸੰਘਰਸ਼। ਦੂਜਾ ਕੀ ਆ? ਸਾਡਾ ਨਿਸ਼ਾਨਾ ਖੇਤੀ ਬਿੱਲ ਰੱਦ ਕਰਵਾਉਣੇ, ਕੀਮਤ ਸੂਚਕ ਅੰਕ ਤੇ MSP ਤੇ ਜਿਣਸਾਂ ਦੀ ਖਰੀਦ ਦੀ ਗਰੰਟੀ ਕਰਾਉਣੀ। ਜਦੋਂ ਸਰਕਾਰ ਅੜ ਗਈ ਤਾਂ ਵੋਟ ਦੀ ਚੋਟ ਦਾ ਨਾਅਰਾ ਦਿੱਤਾ ਵੀ ਜਿਹੜੀ ਸਿਆਸਤ ਸੱਤਾ ਦੇ ਆਸਰੇ ਇਹ ਸਾਨੂੰ ਨਕਾਰ ਰਹੇ ਨੇ,
ਇਹਨਾਂ ਦੇ ਹੇਠੋਂ ਪੌੜੀ ਖਿੱਚੀ ਹੈ। ਇਸ ਕਰਕੇ ਜੋ ਵੀ ਉੱਥੇ ਸੰਸਥਾ ਕਿਤੋਂ ਵੀ ਗਈ ਆ, ਉਹਨੂੰ ਉਸ ਅੰਦੋਲਨ ਦੇ ਵਿੱਚ, ਉਸ ਅੰਦੋਲਨ ਦੇ ਵਰਤਾਂਤ ਨੂੰ, ਉਹਨਾਂ ਦੇ ਪ੍ਰਵਚਨ ਨੂੰ, ਉਹਨਾਂ ਦੇ ਡਿਸਪਲਿਨ ਨੂੰ ਮੰਨਣਾ ਜ਼ਰੂਰੀ ਆ। ਆਪਣੀ ਥਾਂ ਤੇ ਉਹ ਜੋ ਮਰਜ਼ੀ ਕਰਨ, ਪਰ ਤੁਸੀਂ ਇਹ ਦੇਖੋ 26 ਤੱਕ ਕਿੰਨਾ ਘਚੋਲਾ ਪਿਆ ਉੱਥੇ। 25 ਨੂੰ ਸਟੇਜ ਤੇ ਕਬਜ਼ਾ ਕੀਤਾ ਤਾਂ ਨਿਹੰਗ ਮੂਹਰੇ, 26 ਨੂੰ ਲਾਲ ਕਿਲੇ ਤੇ ਗਏ ਤਾਂ ਨਿਹੰਗ ਮੂਹਰੇ। ਮਹਿਮਾ ਸਾਹਿਬ ਬੈਠੇ ਨੇ, ਜਦੋਂ ਵੀ ਇਹਨਾਂ ਦੀ ਸਟੇਜ ਤੇ ਜਾਂਦੇ ਨੇ ਉਦੋਂ ਵੀ ਉਹ ਨਾਲ ਦੀ ਨਾਲ ਕਿਸਾਨ ਆਗੂਆਂ ਦੀ ਆਲੋਚਨਾ ਕਰਦੇ ਨੇ ਤੇ ਅੱਡੋ ਸੱਦਾ ਦਿੰਦੇ ਨੇ ਵੀ 40 ਆਗੂਆਂ ਨੂੰ ਅਸੀਂ ਪਾਰਲੀਮੈਂਟ ਵੱਲ ਮਾਰਚ ਕਰਵਾਵਾਂਗੇ, ਗਲ 'ਚ ਹਾਰ ਪਾਵਾਂਗੇ, ਸ਼ਹੀਦੀ ਜਥੇ ਬਣਾ ਕੇ ਭੇਜਾਂਗੇ, ਪਿੱਛੇ ਕਿਸੇ ਨੂੰ ਮੁੜ ਨਹੀਂ ਦੇਣਾ, ਜੇ ਗ੍ਰਿਫਤਾਰ ਹੋ ਗਏ ਅੰਦੋਲਨ ਦੀ ਅਗਵਾਈ ਅਸੀਂ ਸਾਂਭਾਂਗੇ। ਸੋ ਇਹ ਜਿਹੜੇ ਨਿਹੰਗ ਸਿੰਘ ਨੇ ਕੋਈ ਅਸਲੀ ਨਕਲੀ ਵਾਲੀ ਗੱਲ ਨਹੀਂ, ਇਹ ਅਸਲ 'ਚ ਵਾਰ-ਵਾਰ ਕਿਸਾਨ ਅੰਦੋਲਨ ਦੇ ਵਰਤਾਂਤ ਨੂੰ ਚੈਲੰਜ ਕਰਦੇ ਨੇ। ਜਿਹੜਾ ਖੌਰੂ ਪਾਊ ਤੇ ਭੜਕਾਊ ਅੰਸਰ ਆ ਉਹਨੂੰ ਇਹ ਸ਼ਹਿ ਦਿੰਦੇ ਨੇ। ਠੀਕ ਗੁਰਮੀਤ ਮਹਿਮਾ, ਤੁਹਾਡੇ ਜਿਹੜਾ ਤੁਸੀਂ ਇੱਕ ਅਨੁਸ਼ਾਸਨ ਕਮੇਟੀ ਵੀ ਉੱਥੇ ਬਣਾਈ ਹੋਈ ਹੈ, ਜਿੰਨਾ ਮੈਂ ਉਸ ਅੰਦੋਲਨ ਨੂੰ ਜਾਣਦਾ, ਜਿੰਨਾ ਮੈਂ ਉਸ ਨੂੰ ਕਵਰ ਕੀਤਾ, ਉਸ ਅਨੁਸ਼ਾਸਨ ਕਮੇਟੀ ਦੇ ਤਹਿਤ ਜਿਹੜੀਆਂ ਤੁਹਾਡੀਆਂ ਹਦਾਇਤਾਂ, ਤੁਸੀਂ ਕੁਝ ਹਦਾਇਤਾਂ ਉੱਥੇ ਲਿਖ ਕੇ ਵੀ ਲਾਈਆਂ ਹੋਈਆਂ, ਉਸ ਹਦਾਇਤਾਂ ਦੇ ਕਹਿਣੇ ਵਿੱਚ ਨਹੀਂ ਹੈਗੀਆਂ ਜਥੇਬੰਦੀਆਂ ਗੁਰਮੀਤ ਮਹਿਮਾ? ਵੇਖੋ ਜੀ, ਉਹ ਮੈਂ ਪਹਿਲਾਂ ਹੀ ਦੱਸਤਾ ਹੈ ਕਿ ਇਹ ਜਥੇਬੰਦੀਆਂ ਜਿਹੜਾ ਲਗਾਤਾਰ ਇਹਨਾਂ ਨਾਲ ਸਾਡੀ ਗੱਲਬਾਤ ਵੀ ਚੱਲਦੀ, ਲਗਾਤਾਰ ਅਨੁਸ਼ਾਸਨੀ ਕਮੇਟੀ, ਪ੍ਰਬੰਧਕ ਕਮੇਟੀ, ਇੱਕ ਤਾਲਮੇਲ ਕਮੇਟੀ ਹੈ, ਉਹਦੇ 'ਚ ਲਗਾਤਾਰ ਸਾਡੇ ਸਿੱਖ ਬੁੱਧੀਜੀਵੀ ਹੈਗੇ ਨੇ, ਬਲਦੇਵ ਸਰਸਾ ਜੀ ਨੇ, ਹੋਰ ਵੀ ਜਿਹੜੇ ਨੇ ਬਕਾਇਦਾ ਨਾਲ ਲਗਾਤਾਰ ਗੱਲਬਾਤ ਕਰਦੀ ਰਹਿੰਦੀ ਹੈ। ਤਾਂ ਹਰ ਘਟਨਾ ਤੋਂ ਬਾਅਦ ਗੱਲਬਾਤ ਕੀਤੀ ਜਾਂਦੀ ਹੈ, ਉਦੋਂ ਥੋੜਾ ਮੰਨ ਜਾਂਦੇ ਨੇ, ਔਰ ਜਦੋਂ ਅਗਲੀ ਘਟਨਾ ਤੱਕ ਫੇਰ ਉਹੀ ਹਾਲ ਹੁੰਦਾ ਵੀ ਜਾਨੀ ਇਹ ਜਥੇਬੰਦੀਆਂ ਦਾ ਅਨੁਸ਼ਾਸਨ ਮੰਨਣ ਨੂੰ ਤਿਆਰ ਨਹੀਂ ਗਏ। ਉਹੀ ਜਿਹੜੇ ਮਾਲੀ ਸਾਹਿਬ ਕਹਿ ਰਹੇ ਨੇ, ਸਾਰੇ ਜਥੇਬੰਦੀਆਂ ਤੁਸੀਂ ਜ਼ਿਕਰ ਕਰ ਰਹੇ ਹੋ ਜਾਂ ਕੋਈ ਇੱਕ ਅੱਧੀ ਜਥੇਬੰਦੀ ਜਿਹੜੀ ਤੁਹਾਡੇ ਕਹਿਣੇ ਤੋਂ ਬਾਹਰ ਹੈ? ਦੇਖੋ ਜੀ, ਜਿਹੜੀਆਂ ਇਹ ਨਿਹੰਗ ਜਥੇਬੰਦੀਆਂ ਨੇ ਅੱਗੇ ਬੈਠੀਆਂ ਹੋਈਆਂ 6-7 ਜਥੇਬੰਦੀਆਂ ਨੇ, ਉਹਨਾਂ ਦਾ ਹੁਣ ਤੇ ਵੱਡੀ ਘਟਨਾ ਵਾਪਰ ਗਈ ਨੇ। ਇਦੋਂ ਪਹਿਲਾਂ ਵੀ ਜਿਹੜਾ ਘਟਨਾ ਵਾਪਰਦੀਆਂ ਰਹੀਆਂ ਨੇ, ਇੱਕ ਬੱਚੇ ਦਾ ਗੁੱਟ ਕੱਟ ਦਿੱਤਾ ਗਿਆ, ਇੱਕ ਬੀਬੀ ਦਾ ਘੋੜਾ ਲਈ ਜਾਂਦੇ ਸੀ, ਉਹਨੇ ਪੌੜ ਮਾਰੇ ਤੇ ਉਹਦਾ ਮੂੰਹ ਤੋੜ ਦਿੱਤਾ ਗਿਆ। ਉਹਦੇ ਬਾਅਦ ਵੀ ਜਿਵੇਂ ਮਾਲੀ ਸਾਹਿਬ ਸਟੇਜ ਤੇ ਕਹਿ ਰਹੇ ਨੇ, ਇਹੋ ਜਿਹੀਆਂ ਲਗਾਤਾਰ ਘਟਨਾਵਾਂ ਹੁੰਦੀਆਂ ਰਹੀਆਂ ਨੇ। ਇਹਦੇ 'ਚ ਜਿਹੜਾ ਸਾਡਾ ਅਨੁਸ਼ਾਸਨ ਨਹੀਂ ਮੰਨ ਹੋਏ। ਚਲੋ ਮੈਂ ਹੋਰ ਥੋੜਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਖਾਲਸਾ ਜੀ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਨੁਸ਼ਾਸਨ, ਜਿਹੜੀ ਅਨੁਸ਼ਾਸਨ ਵਾਲੀ ਕੌਮ ਹੈ ਕੀ ਹੈ, ਉਹ ਅਨੁਸ਼ਾਸਨ ਤੋਂ ਬਾਹਰ ਕਿਉਂ ਹੈਗੀ ਹੈ? ਸਵਾਲ ਇਹੀ ਹੈ। ਵਾਪਸ ਆ ਰਹੇ ਇੱਕ ਵਾਰ ਤੁਹਾਡਾ ਸਵਾਗਤ ਕਰਦੇ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਸਿੰਘੂ ਬਾਰਡਰ ਤੇ ਮਰਡਰ ਤੋਂ ਬਾਅਦ ਅਸਲੀ ਤੇ ਨਕਲੀ ਨਿਹੰਗ ਵਾਲੀ ਬਹਿਸ ਕਿਉਂ ਸ਼ੁਰੂ ਹੋ ਗਈ ਹੈ? ਰਜਿੰਦਰ ਸਿੰਘ ਖਾਲਸਾ ਜੀ, ਜਿੰਨਾ ਕੁ ਅਸੀਂ ਸਮਝਦੇ ਹਾਂ ਸਰ, ਖਾਲਸਾ ਮਰਿਆਦਾ ਦੀ ਉਲੰਘਣਾ ਹੋਵੇ ਤਾਂ ਮਹਾਰਾਜਾ ਤੱਕ ਨੂੰ ਕੋੜੇ ਮਰਵਾ ਦਿੱਤੇ ਗਏ ਸੀਗੇ, ਸਜ਼ਾ ਦਿੱਤੀ ਗਈ ਸੀਗੀ। ਇਹ ਡਿਸਿਪਲਨ ਜਿਹੜੀ ਕੌਮ ਹੈ ਕੀ ਹੈ, ਉਸ ਡਿਸਿਪਲਨ ਵਿੱਚ ਕਿਉਂ ਨਹੀਂ ਹੈਗੀ ਜੋ ਗੁਰਮੀਤ ਮਹਿਮਾ ਇੱਥੇ ਕਹਿ ਰਿਹਾ? ਤੇ ਜੇ ਡਿਸਿਪਲਨ ਵਿੱਚ ਲਿਆਉਣਾ ਤਾਂ ਉਹਦੇ ਲਈ ਕਿਹਨੂੰ ਭੂਮਿਕਾ ਅਦਾ ਕਰਨੀ ਪਊਗੀ? ਰਜਿੰਦਰ ਖਾਲਸਾ ਜੀ। ਨਹੀਂ, ਦੇਖੋ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਡਿਸਿਪਲਿਨ ਕੌਮ ਹੈਗੀ ਹੈ। ਇੱਕ ਪਹਿਲਾਂ ਇੱਕ ਗੱਲ ਬੇਸਿਕ ਸਾਨੂੰ ਸਮਝਣ ਦੀ ਜ਼ਰੂਰਤ ਹੈ ਜੀ ਵੀ ਕੋਈ ਜਥੇਬੰਦੀ ਆਪਣੇ ਆਪ ਦੇ ਵਿੱਚ ਪੰਥ ਨਹੀਂ, ਪੰਥ ਸਮੂਹਿਕ ਰੂਪ ਦੇ ਵਿੱਚ ਹੈ ਤੇ ਪੰਥ ਦਾ ਅੰਗ ਅਖਵਾਉਣ ਦਾ ਅਧਿਕਾਰ ਉਹਨੂੰ ਹੀ ਹੈ ਜਿਹੜਾ ਪੰਥ ਦੇ ਡਿਸਿਪਲਿਨ ਦੇ ਵਿੱਚ ਹੈ, ਪੂਰੇ ਪੰਥ ਦੇ ਡਿਸਿਪਲਿਨ 'ਚ ਹੈ। ਇਹ ਜਿਸਲੇ ਦਾਵਾ ਕਰਦੇ ਨੇ, ਕਹਿੰਦੇ ਨੇ ਜੀ ਸਾਡਾ ਨਿਹੰਗ ਜਥੇਬੰਦੀਆਂ ਦਾ ਆਪਣਾ ਡਿਸਿਪਲਿਨ ਹੈ। ਜਿਸ ਵੇਲੇ ਉਹ ਕਹਿੰਦੇ ਨੇ ਆਪਣਾ ਡਿਸਿਪਲਿਨ ਹੈ ਤੇ ਇਹ ਪੰਥ ਨਾਲੋਂ ਆਪਣਾ ਨਾਤਾ ਤੋੜਦੇ ਨੇ, ਔਰ ਇਹ ਨਾਤਾ ਕੋਈ ਇੱਕ ਵਾਰੀ ਨਹੀਂ ਟੁੱਟਾ। ਜਿਸ ਵੇਲੇ ਪੁਰਾਣਾ ਇਤਿਹਾਸ ਬਹੁਤ ਸ਼ਾਨਮਤ ਹੈ, ਬਹੁਤ ਮਾਨਮਤ ਹੈ, ਜਿਹਦੇ ਵਿੱਚ ਆਪਾਂ ਅਕਾਲੀ ਫੂਲਾ ਸਿੰਘ ਦੀ ਗੱਲ ਕਰਨੇ ਆ ਜਾਂ ਪਹਿਲਾਂ ਬਾਬਾ ਦੀਪ ਸਿੰਘ ਦੀ ਗੱਲ ਕਰਨੇ ਆ ਜਾਂ ਜਿਨ੍ਹਾਂ ਦੀ ਵੀ ਹੋਰ ਗੱਲ ਕਰਨੇ ਆ। ਆ ਪਿਛਲੇ ਸਮੇਂ ਦੇ ਵਿੱਚ ਹੁਣੇ ਡਾਕਟਰ ਗਰਗ ਨੇ ਜਿਹੜੀ ਗੱਲ ਕੀਤੀ, ਜੂਨ 84 ਦਾ ਅਕਾਲ ਤਖਤ ਦਾ ਕਾਰ ਸੇਵਾ ਦੇ ਨਾਂ ਦੇ ਉੱਤੇ ਜੋ ਇਹਨਾਂ ਨੇ ਪੰਥ ਦੀ ਪਿੱਠ 'ਚ ਛੁਰਾ ਘੋਪਿਆ। ਸਾਰਾ ਪੰਥ ਚਾਹੁੰਦਾ ਸੀ ਕਿ ਅਕਾਲ ਤਖਤ ਸਾਹਿਬ ਨੂੰ ਇੰਜ ਦਾ ਇੰਜ ਰੱਖਿਆ ਜਾਵੇ, ਜੋ ਵੀ ਉਹਦੀ ਸੇਵਾ ਹੋਣੀ ਹੈ, ਜੋ ਵੀ ਉਹਦਾ ਨਵਾਂ ਸਟਰਕਚਰ ਬਣਨਾ ਹੈ, ਉਹ ਪੰਥ ਆਪ ਬਣਾਵੇ, ਸਰਕਾਰੀ ਸੇਵਾ ਨਾ ਹੋਵੇ। ਇਹਨਾਂ ਨੇ ਸਰਕਾਰ ਦੇ ਨਾਲ ਰਲ ਕੇ ਸੰਤਾ ਸਿੰਘ ਨੇ ਅੱਗੇ ਹੋ ਕੇ ਸਰਕਾਰ ਨੇ ਸੇਵਾ ਕਰਾਈ, ਨਾ ਸੰਤਾ ਸਿੰਘ ਦਾ ਲੱਗਾ, ਕੌਮ ਨੂੰ ਇਹਨਾਂ ਨੇ ਧੋਖਾ ਦਿੱਤਾ। ਕਈ ਸਾਲ ਇਹਨਾਂ ਨੂੰ ਪੰਥ ਚੋਂ ਛੇਕੀ ਰੱਖਿਆ ਗਿਆ। ਉਹਦੇ ਬਾਅਦ ਇਹਨਾਂ ਨੇ ਤਰਲੇ ਕਰ ਕਰਕੇ ਪੰਥ ਦੇ ਵਿੱਚ ਆਏ। ਆ ਹੁਣੇ ਮਾਲੀ ਸਾਹਿਬ ਨੇ ਗੱਲ ਕੀਤੀ ਪੂਲੇ ਦੀ, ਉਹਨੂੰ ਕਿਹੜੀ ਕੈਟੇਗਰੀ ਦੇ ਵਿੱਚ ਰੱਖੋਗੇ ਤੁਸੀਂ? ਨਹੀਂ, ਰਜਿੰਦਰ ਖਾਲਸਾ ਜੀ, ਰਜਿੰਦਰ ਖਾਲਸਾ ਜੀ, ਰਜਿੰਦਰ ਖਾਲਸਾ ਜੀ, ਉਹਨੂੰ ਕਿਹੜੀ ਕੈਟੇਗਰੀ ਦੇ ਵਿੱਚ ਰਜਿੰਦਰ ਖਾਲਸਾ ਜੀ, ਜਿਹੜਾ ਤੁਸੀਂ ਜ਼ਿਕਰ ਕਰਦੇ ਪਏ ਹੋ, ਸਾਰੇ ਤੁਸੀਂ ਸਾਰਿਆਂ ਦੇ ਨਾਮ ਲੈ ਲਏ, ਮੈਨੂੰ ਨਾਮ ਲੈਣ ਦੀ ਲੋੜ ਨਹੀਂ ਹੈਗੀ। ਮੈਨੂੰ ਇਉਂ ਲੱਗਦਾ ਕਿ ਇਹ ਵਨ ਸਾਈਡਡ ਡਿਬੇਟ ਹੋ ਜੂਗੀ ਫਿਰ ਤਾਂ। ਨਿਹੰਗ ਸਿੰਘ ਦੇ ਨਾਲ ਕੋਈ ਵੀ ਖੜਾ ਦਿਖਾਈ ਨਹੀਂ ਦੇ ਰਿਹਾ ਮੈਨੂੰ ਤੁਹਾਡੇ ਚਾਰਾਂ ਚੋਂ। ਵਜ੍ਹਾ ਕੀ ਹੈ?
ਨਹੀਂ ਦੇਖੋ ਵਜ੍ਹਾ ਜਿਹੜੀ ਹੈ ਤੁਹਾਡੇ ਸਾਹਮਣੇ ਆ ਚੁੱਕੀ ਹੈ। ਹਾਂ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਪੰਥ ਦੀ ਰਹਿਤ ਮਰਿਆਦਾ ਹੈ, ਹਾਂ ਜੇ ਉਹਨੂੰ ਨਹੀਂ ਮੰਨਦੇ, ਹੂੰ ਇਹਨਾਂ ਆਪਣਾ ਅਲੱਗ ਪੰਥ ਦੀ ਮਰਿਆਦਾ ਬਣਾਈ ਹੈ, ਤੇ ਇਹਦਾ ਮਤਲਬ ਹੈ ਸਿੱਖ ਕੌਮ ਨਾਲੋਂ ਆਪਣਾ ਵੱਖਰੇਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਨਹੀਂ ਫਿਰ ਖਾਲਸਾ ਜੀ ਖਾਲਸਾ ਜੀ ਫਿਰ ਬਾਬਾ ਬੁੱਢਾ ਦਲ ਦੇ ਮੁਖੀ ਕੀ ਕਰਦੇ ਪਏ ਆ? ਮੇਰਾ ਸਵਾਲ ਤਾਂ ਉਹਨਾਂ ਤੱਕ ਵੀ ਹੈਗਾ, ਫਿਰ ਉਹ ਕੀ ਕਰਦੇ ਪਏ ਆ? ਬਾਬਾ ਬੁੱਢਾ ਦਲ ਦੇ ਮੁਖੀ ਸਨ ਸੰਤਾ ਸਿੰਘ, ਜਿਨ੍ਹਾਂ ਨੇ ਅਕਾਲ ਤਖਤ ਦੀ ਕਾਰ ਸੇਵਾ ਲਈ ਸੀ। ਤੇ ਹੁਣ ਵਾਲੇ ਮੁਖੀ ਕੀ ਕਰਦੇ ਆ? ਹੁਣ ਵਾਲੇ ਮੁਖੀ ਕੀ ਕਰਦੇ ਆ? ਉਸ ਤੋਂ ਬਾਅਦ ਅਸੀਂ ਢਲਾਨ ਤੇ ਹੀ ਮੰਨੀਏ, ਉਸ ਤੋਂ ਬਾਅਦ ਢਲਾਨ ਤੇ ਹੀ ਮੰਨੀਏ ਅਸੀਂ, ਉਸ ਤੋਂ ਬਾਅਦ ਇਹ ਨਾ ਸੋਚੀਏ ਕਿ ਅਸੀਂ ਵਾਪਸ ਕਿਵੇਂ ਆਉਣਾ, ਜਾਂ ਨਹੀਂ ਸੋਚਣਾ ਬੰਦ ਕਰ ਦਈਏ? ਨਹੀਂ ਦੇਖੋ, ਵਾਪਸ ਆਉਣ ਦਾ ਵਾਸਤੇ ਤੇ ਬਾਹਾਂ ਖੁੱਲੀਆਂ ਨੇ। ਸੰਤਾ ਸਿੰਘ ਨੇ ਮਾਫੀ ਮੰਗੀ, ਅਕਾਲ ਤਖਤ ਵੱਲੋਂ ਪੰਥ ਵੱਲੋਂ ਮਾਫ ਕਰ ਦਿੱਤਾ ਗਿਆ। ਲੇਕਿਨ ਉਹਦੇ ਬਾਅਦ ਜਿਹੜਾ ਇੱਕ ਚੀਜ਼ ਤੁਹਾਨੂੰ ਬੇਸਿਕਲੀ ਜਿਹੜੀ ਹੈ ਨਾ ਉਹ ਮੰਨਣੀ ਪਏਗੀ ਔਰ ਸਮਝਣੀ ਪਏਗੀ। ਮੈਂ ਉਹਦਾ ਚਸ਼ਮਦੀਦ ਗਵਾਹ ਹਾਂ ਜੀ। ਉਹ ਇਸ ਤਰ੍ਹਾਂ ਕਿ ਮੈਂ ਜੇਲ੍ਹ ਦੇ ਵਿੱਚ ਸਾਂ ਤੇ ਉੱਥੇ ਸਾਡੇ ਨਾਲ ਇੱਕ ਨਿਹੰਗ ਸਿੰਘ ਸੀ, ਉਹ ਕਿਸੇ ਗੁਰਦੁਆਰੇ ਦੇ ਕਬਜ਼ੇ ਦੀ ਲੜਾਈ ਦੇ ਵਿੱਚ ਜਿਹੜਾ ਉੱਥੇ ਆਇਆ ਹੋਇਆ ਸੀ। ਮੈਂ ਉਹਨੂੰ ਬੀੜੀ ਲੁੱਕ ਕੇ ਬੀੜੀ ਪੀਂਦੇ ਫੜਿਆ, ਔਰ ਜਦੋਂ ਉਹਨੂੰ ਕੁੱਟਿਆ ਉਹਦੀ ਪੱਗ ਦੇ ਵਿੱਚੋਂ ਬੀੜੀਆਂ ਨਿਕਲੀਆਂ। ਹੁਣ ਨਕਲੀ ਅਸਲੀ ਦੀ ਜਿਹੜੀ ਗੱਲ ਹੋ ਰਹੀ ਸੀ, ਮੈਂ ਤੇ ਇਹ ਕਹਾਂਗਾ ਕਿ ਕ੍ਰਿਮੀਨਲਸ ਦਾ ਅਡਾਪ ਬਣ ਚੁੱਕਾ ਹੈ। ਜਿਹੜੇ ਕ੍ਰਿਮੀਨਲਸ ਨੇ ਉਹ ਆਪਣੇ ਲੁਕਣ ਦੇ ਵਾਸਤੇ ਉਹਨਾਂ ਨੇ ਇੱਕ ਟਿਕਾਣਾ ਬਣਾ ਲਿਆ। ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ। ਜਥੇਬੰਦੀਆਂ ਨਿਹੰਗ ਜਥੇਬੰਦੀਆਂ ਸਿੰਸੀਅਰ ਨੇ ਤੇ ਉਹ ਕੀ ਉਪਰਾਲਾ ਕਰ ਰਹੀਆਂ ਨੇ ਕਿ ਇਹੋ ਜਿਹੇ ਕ੍ਰਿਮੀਨਲ ਜਿਹੜੇ ਨੇ ਵਿੱਚ ਸ਼ਾਮਲ ਨਾ ਹੋਣ। ਚਲੋ ਬਹੁਤ ਵੱਡਾ ਸਵਾਲ ਤੁਸੀਂ ਖੜਾ ਕਰਤਾ। ਬਹੁਤ ਨਾ ਹੁੰਦੇ ਤੇ ਅੱਜ ਜੋ ਵਾਕਿਆ ਵਾਪਰਿਆ ਸਿੰਘੂ ਬਾਰਡਰ ਦੇ ਉੱਤੇ ਉਹ ਕਦੇ ਨਾ ਵਾਪਰਦਾ। ਚਲੋ ਬਹੁਤ ਵੱਡਾ ਸਵਾਲ ਖੜਾ ਕਰਦਾ। ਡਟ ਗਰਗ ਅਮਨ ਸਿੰਘ ਦੀ ਗੱਲ ਬਹੁਤਾ ਨਾ ਆ ਰਿਹਾ ਹੈ। ਹਾਂ ਬੋਲੋ। ਉਸ ਅਮਨ ਸਿੰਘ ਦੇ ਬਾਰੇ ਪਿਛਲਾ ਜੇ ਉਹਦਾ ਵੇਰਵਾ ਕਢਾ ਕੇ ਵੇਖੀਏ, ਕ੍ਰਿਮੀਨਲ ਰਿਕਾਰਡ ਹੈ, 900 ਕਿਲੋ ਗਾਂਜਾ ਫੜਿਆ ਗਿਆ, ਜਿਹਦੇ ਕੇਸ ਦੇ ਅਜੇ ਤੱਕ ਉਹ ਚੱਲਦਾ ਪਿਆ ਉਹਦੇ ਉੱਤੇ। ਠੀਕ ਜਿੱਥੇ ਉਹ ਮੀਟਿੰਗਾਂ ਕਰਕੇ ਆਇਆ। ਠੀਕ ਹੈ ਖਾਲਸਾ ਜੀ, ਤੁਹਾਡਾ ਪੁਆਇੰਟ ਆ ਗਿਆ ਖਾਲਸਾ ਜੀ। ਬੇਅਦਬੀਆਂ ਬਾਰੇ ਮੀਟਿੰਗ ਕਰਨ ਗਿਆ ਸੀ। ਚਲੋ ਖਾਲਸਾ ਜੀ ਤੁਹਾਡਾ ਪੁਆਇੰਟ ਆ ਗਿਆ, ਮੈਂ ਵਾਪਸ ਆ ਜਾਊਂਗਾ ਖਾਲਸਾ ਜੀ ਮੈਂ ਤੁਹਾਡੇ ਕੋਲ ਵਾਪਸ ਆ ਜਾਊਂਗਾ ਠੀਕ, ਵਾਪਸ ਆ ਜਾਊਂਗਾ ਤੁਹਾਡੇ ਕੋਲ। ਡਟ ਪਹਿਲਾ ਗਰਗ, ਜਿਸ ਤਰੀਕੇ ਨਾਲ ਰਜਿੰਦਰ ਖਾਲਸਾ ਜੀ ਕਹਿ ਰਿਹਾ ਕਿ ਇਸ ਬਾਣੇ ਦੇ ਵਿੱਚ ਆ ਕੇ ਇੱਕ ਕ੍ਰਿਮੀਨਲ ਆ ਜਿਹੜਾ ਉਹ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੈ, ਉਹਦਾ ਇੱਕ ਅੱਡਾ ਬਣ ਚੁੱਕਿਆ ਹੈਗਾ ਡਟ ਗਰਗ। ਇਹ ਤਾਂ ਫਿਰ ਰਜਿੰਦਰ ਖਾਲਸਾ ਜੀ ਉਹੀ ਗੱਲ ਕਹਿ ਰਿਹਾ ਜਿਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਜਾ ਰਿਹਾ ਸਾਰੇ ਨਿਹੰਗ ਸਿੰਘਾਂ ਨੂੰ ਪੂਰੇ ਮੁਲਕ ਦੇ ਵਿੱਚ ਜਾਂ ਪੂਰੇ ਵਰਲਡ ਦੇ ਵਿੱਚ। ਡਟ ਗਰਗ ਫਿਰ ਨਿਹੰਗ ਸਿੰਘ ਆ ਜਿਹੜਾ ਜਿਸ ਤਰੀਕੇ ਨਾਲ ਮਾਣਮੱਤਾ ਸ਼ਬਦ ਹੈਗਾ, ਮਾਣਮੱਤਾ ਇਤਿਹਾਸ ਹੈਗਾ, ਉਸ ਨੂੰ ਤਾਂ ਮਤਲਬ ਅਸੀਂ ਪਾਸੇ ਕਰਤਾ ਫਿਰ ਡਟ ਗਰਗ। ਦੇਖੋ ਗੱਲ ਇਹ ਹੈ, ਅਸੀਂ ਮਾਨਵਤੇ ਇਤਿਹਾਸ ਦੀ ਗੱਲ ਕਿਸੇ ਸੰਸਥਾ ਦੇ ਕਿਸੇ ਡਿਸਪਲਿਨ ਦੇ ਵਿੱਚ ਹੀ ਕਰ ਸਕਦੇ ਹਾਂ। ਇਤਿਹਾਸ ਸਾਡਾ ਆਜ਼ਾਦੀ ਦਾ ਵੀ ਬੜਾ ਵਧੀਆ ਹੈ, ਪਰ ਅੱਜ ਸਰਕਾਰ ਜਿਹੜੀ ਕਰ ਰਹੀ ਹੈ ਉਹਨੂੰ ਹੁਣ ਅਸੀਂ ਆਜ਼ਾਦੀ ਦਾ ਇਤਿਹਾਸ ਮੰਨ ਲਾਂਗੇ ਕਿਉਂਕਿ ਉਹ ਸਰਕਾਰ 'ਚ ਬੈਠੇ ਨੇ, ਤੇ ਫਿਰ ਤਾਂ ਸਾਨੂੰ ਕਿਤੇ ਗੜਬੜ ਹੋ ਜਾਏਗੀ। ਜਿਹੜੇ ਸੰਸਥਾਵਾਂ, ਤਿੰਨ ਗੱਲਾਂ ਮੈਂ ਕਹਿਣ ਨੂੰ ਤਿਆਰ ਹਾਂ ਇੱਥੇ। ਤੁਸੀਂ ਕਿਹਾ ਵੀ ਕੋਈ ਵੀ ਉਹਨਾਂ ਦੇ ਹੱਕ 'ਚ ਨਹੀਂ, ਹੱਕ 'ਚ ਕਦ ਬੋਲਿਆ ਜਾਂਦਾ? ਹੱਕ ਜਾਂ ਨਾ ਹੱਕ ਦਾ ਸਵਾਲ ਨਹੀਂ ਹੈ। ਨਾ ਤਾਂ ਉਹ ਪੰਥ ਦਾ ਕਹਿਣਾ ਮੰਨਦੀਆਂ ਨੇ, ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਸੰਸਥਾ ਹੈ, ਉਹਦਾ ਹੁਕਮ ਨਹੀਂ ਮੰਨਦੀਆਂ। ਨਾ ਉਹ ਸ਼੍ਰੋਮਣੀ ਕਮੇਟੀ ਜਿਹੜੀ ਆਪਾਂ ਕਹਾਂਗੇ ਕਾਨੂੰਨੀ ਸੰਸਥਾ ਹੈ, ਉਹਦਾ ਕਹਿਣਾ ਨਹੀਂ ਮੰਨਦੀਆਂ। ਜਿਹੜੇ ਮੋਰਚੇ ਜੋ ਕਹਿੰਦੇ ਨੇ ਅਸੀਂ ਗਏ ਹਾਂ, ਜਦ ਕਿ ਉਹਨਾਂ ਨੂੰ ਉੱਥੇ ਨਹੀਂ ਬੁਲਾਇਆ ਗਿਆ ਸੀ, ਚਲੋ ਗਏ ਸਾਰੇ, ਉਹਨਾਂ ਨੂੰ ਦੂਜੇ ਪਾਸੇ ਜਗ੍ਹਾ ਦਿੱਤੀ ਗਈ। ਇਹ ਬੜਾ ਵੱਡਾ ਸਵਾਲ ਸੀ ਆਪਣੇ ਆਪ 'ਚ ਹੀ ਵੀ ਕਿਸਾਨ ਜਥੇਬੰਦੀਆਂ ਨੂੰ ਤਾਂ ਉੱਧਰ ਜਾਣ ਨਹੀਂ ਦਿੱਤਾ ਗਿਆ, ਪਰ ਇਹਨਾਂ ਨੂੰ ਉੱਧਰ ਦਿੱਲੀ ਵਾਲੇ ਪਾਸੇ ਜਗ੍ਹਾ ਦੇਤੀ। ਇਹ ਆਪਣੇ ਆਪ 'ਚ ਇੱਕ ਸਵਾਲ ਹੈ। ਫਿਰ ਜਿਹੜਾ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਹੈ, ਉਹਨਾਂ ਨੇ ਇਹਨਾਂ ਨੂੰ ਜਨਤਕ ਸੰਘਰਸ਼ ਬਣਾਇਆ ਹੈ, ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ ਵੀ ਅਸੀਂ ਤਾਂ ਉਹਨਾਂ ਨੂੰ ਮੰਨਦੇ ਨਹੀਂ, ਫਿਰ ਗਏ ਕਰਨ ਕੀ ਨੇ ਉੱਥੇ? ਤੁਸੀਂ ਕਿਸੇ ਦੇ ਵਿਆਹ 'ਚ ਜਾਂਦੇ ਹੋ, ਕਿਸੇ ਦੀ ਮਦਦ ਕਰਨ ਜਾਂਦੇ ਹੋ, ਉੱਥੇ ਤੁਸੀਂ ਕਹੋ ਚੌਧਰੀ ਮੈਂ ਮੰਨਣਾ, ਮੈਂ ਜੋ ਮਰਜ਼ੀ ਕਰਾਂਗਾ, ਫਿਰ ਭਾਈ ਤੁਸੀਂ ਨਾ ਹੀ ਜਾਓ। ਸੋ ਇਸ ਕਰਕੇ ਨਾ ਉਹਨਾਂ ਨੇ ਪੰਥ ਦਾ ਡਿਸਪਲਿਨ ਮੰਨਿਆ, ਨਾ ਉਹਨਾਂ ਦਾ ਆਪਦਾ ਇੰਟਰਨਲ ਡਿਸਪਲਿਨ ਹੈ, ਨਾ ਉਹਨਾਂ ਨੇ ਕਿਸਾਨ ਜਥੇਬੰਦੀਆਂ ਦਾ ਮੰਨਿਆ। ਜਦ ਦੇਖੋ ਉਹਨਾਂ ਦੀ ਭੰਡੀ ਕਰੀ ਹੈ। ਜੋ ਸਰਕਾਰ ਕਹਿੰਦੀ ਹੈ ਕਿ ਜੀ ਇਹ ਤਾਂ ਕਿਸਾਨ ਲੀਡਰਸ਼ਿਪ ਕੁਰਾਹੇ ਪਈ ਹੋਈ ਹੈ, ਇਹ ਤਾਂ ਆਏ ਹੈ ਤੇ ਵੀ ਕਿਸਾਨ ਜਥੇਬੰਦੀਆਂ ਦੇ ਹੱਥ 'ਚੋਂ ਲੀਡਰਸ਼ਿਪ ਖੋਲੋ, ਉੱਥੇ ਜਵਾਨਾਂ ਨੂੰ ਲੀਡਰਸ਼ਿਪ ਦਿਓ ਜੀ, ਨੌਜਵਾਨਾਂ ਨੂੰ। ਇਹ ਨਿਹੰਗ ਅੱਗੇ ਸੀਗੇ ਇਸ ਗੱਲ 'ਚ ਵੀ ਨੌਜਵਾਨਾਂ ਨੂੰ ਦਿਓ ਜੀ ਲੀਡਰਸ਼ਿਪ। ਇਹ ਨਿਹੰਗ ਇਸ ਗੱਲ 'ਚ ਅੱਗੇ ਨੇ, ਪਹਿਲਾਂ ਵੀ ਅੱਗੇ ਸੀ ਵੀ ਇੱਥੇ ਸੰਗਤ ਫੈਸਲਾ ਕਰੂ, 26 ਜਨਵਰੀ ਵਾਲਾ ਵੀ ਹੁਣ ਵੀ ਸੰਗਤ ਫੈਸਲਾ ਕਰੂ। ਕਿਹੜੀ ਸੰਗਤ ਕਹਿੰਦੇ ਨੇ ਇਹ? ਤੀਜੀ ਗੱਲ ਮੈਂ ਹੋਰ ਕਹਿਣਾ, ਜੇ ਸਾਡਾ ਕੋਈ ਡਾਕਟਰ ਆਪਰੇਸ਼ਨ ਥੀਏਟਰ 'ਚ ਜ਼ਬਰ ਜਨਾਹ ਕਰਦੇ ਜਾਂ ਕਿਸੇ ਨੂੰ ਮਾਰਨ ਦੀ ਤਾਂ ਗੱਲ ਹੀ ਵੱਡੀ ਹੈ, ਤਾਂ ਮੈਂ ਪਹਿਲਾ ਬੰਦਾ ਹੋਵਾਂਗਾ ਕਹਿਣ ਵਾਲਾ ਵੀ ਇਹਨੂੰ ਡਾਕਟਰ ਦਾ ਇਹਦਾ ਲਾਇਸੈਂਸ ਖੋਲੋ, ਇਹਨੂੰ ਡਾਕਟਰ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਇਹ ਜਥੇਬੰਦੀਆਂ ਬੋਲੀਆਂ ਵੀ ਆ ਬਰਬਰਤਾ ਕੋਈ ਜਥੇਬੰਦੀ ਦੱਸੇ ਵੀ ਜਿਸ ਬਰਬਰਤਾ ਨਾਲ ਉਹ ਕਤਲ ਕਰਿਆ ਗਿਆ ਹੈ ਅਣਮਨੁੱਖੀ ਤਰੀਕੇ ਨਾਲ, ਉਹ ਸਿੱਖੀ ਦੇ ਵਿੱਚ ਦੱਸ ਦੇਣ ਵੀ ਸਿੱਖੀ ਸਿਧਾਂਤ ਤੇ ਕਹਿੰਦਾ ਹੈ ਜਾਂ ਪੰਥ ਤੇ ਕਹਿੰਦਾ ਹੈ। ਸੋ ਇਸ ਕਰਕੇ ਅਗਲੀ ਗੱਲ ਬਿਨਾਂ ਸਾਬਤ ਕਰੇ, ਸਾਬਤ ਵੀ ਕਰ ਦੋ ਤਾਂ ਵੀ ਸਜ਼ਾ ਸਾਡਾ ਸੰਵਿਧਾਨ ਦੇਗਾ। ਸੋ ਜੇ ਉਹਨਾਂ ਨੇ ਨਾ ਡਿਸਪਲਿਨ ਪੰਥ ਦਾ ਮੰਨਣਾ ਹੈ, ਨਾ ਆਪਦਾ ਕੋਈ ਡਿਸਪਲਿਨ ਮੰਨਣਾ ਹੈ, ਨਾ ਉਹਨਾਂ ਨੇ ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ, ਨਾ ਜਿਹੜਾ ਅਣਮਨੁੱਖੀ ਕਾਰਾ ਹੋਇਆ ਹੈ ਉਹਦੀ ਨਿੰਦਾ ਕਰਨੀ ਹੈ, ਬਲਕਿ ਉਹਨੂੰ ਬਹਾਦਰੀ ਦੇ ਤੌਰ ਤੇ ਪੇਸ਼ ਕਰਨਾ ਹੈ, ਫਿਰ ਚੰਗੇ ਮਾੜੇ ਦਾ ਸਵਾਲ ਕਿੱਥੋਂ ਰਹਿ ਗਿਆ? ਚੰਗਾ ਬੰਦਾ ਉਹੀ ਹੁੰਦਾ ਹੈ ਜਿਹੜਾ ਬਾਬਰ ਕੇ ਕਹਦੇ ਚਾਹੇ ਮੇਰੇ ਮਾਂ ਬਾਪ ਭੈਣ ਭਾਈ ਜਾਂ ਮੈਂ ਕੋਈ ਦੋਸ਼ ਕਰਿਆ ਹੈ, ਕੋਈ ਕਾਨੂੰਨੀ ਹਰਕਤ ਕਰੀ ਹੈ ਤਾਂ ਮੈਂ ਖੜਾ ਪਬਲਿਕ ਦੇ ਸਾਹਮਣੇ ਦਿਓ ਸਜ਼ਾ। ਇਹ ਤਾਂ ਲੁਕੋ ਰਹੇ ਨੇ, ਇਹ ਤਾਂ ਸਾਰੇ ਲੁਕੋ ਰਹੇ ਨੇ। ਜੇ ਲੁਕਾਉਣ ਦੇ ਵਿੱਚ ਇਹਨਾਂ ਦੀ ਮਦਦ, ਮਾਫ ਕਰਨਾ, ਇਹਨਾਂ ਦੀ ਮਦਦ ਕੌਣ ਕਰਨੀਆਂ ਨੇ? ਉਹੀ ਏਜੰਸੀਆਂ ਇਹਨਾਂ ਨੂੰ ਗੱਲ ਚੁੱਕ ਰਹੀਆਂ ਨੇ, ਇਹਨਾਂ ਨੂੰ ਸਾਰਾ ਸਮਰਥਨ ਦੇ ਰਹੀਆਂ ਨੇ ਜਿਹੜੀਆਂ ਏਜੰਸੀਆਂ ਨੇ ਕਾਰੇ ਕਰਾਏ ਨੇ। ਇਹ ਗੱਲ ਤਾਂ ਸਾਹਮਣੇ ਨਿਆਇਕ ਜਾਂਚ ਆਊਗੀ। ਜੇ ਨਿਆਇਕ ਜਾਂਚ ਹੋਵੇ ਸੁਪਰੀਮ ਕੋਰਟ ਦੇ ਜੱਜ ਰਾਹੀਂ, ਫਿਰ ਪਤਾ ਲੱਗੂ ਉਹਨੂੰ ਲੈ ਕੇ ਕੌਣ ਗਿਆ, ਫਿਰ ਪਤਾ ਲੱਗੂ ਵੀ ਅਮਨ ਸਿੰਘ ਜਿਹੜਾ ਹੈ ਇਹਦਾ ਗਾਂਜੇ ਦਾ ਕੇਸ ਛੱਡੋ, ਜਿਹੜਾ ਇਹਨੇ ਉੱਥੇ ਬਗੀਚੀ 'ਚ ਕਤਲ ਹੋਏ ਸੀਗੇ ਉਹਦੇ 'ਚ ਅਮਨ ਸਿੰਘ ਵੀ ਫੜਿਆ ਗਿਆ ਸੀਗਾ, ਉਹਦੇ 'ਚ ਲੋਕਾਂ ਨੂੰ ਸਜ਼ਾਵਾਂ ਹੋਈਆਂ ਸੀ ਉਮਰ ਕੈਦ ਦੀਆਂ, 2 ਗੁੱਟਾਂ ਦੀ ਲੜਾਈ ਸੀ ਉਹ ਵੀ ਤੇ ਉੱਥੇ ਕਬਜ਼ਾ ਕਰਨ ਦੀ। ਉਦੋਂ ਸੰਤ 2007 ਦੇ ਲਾਗੇ ਚਾਗੇ ਹੋਇਆ। ਉਹ ਤੋਂ ਬਾਅਦ ਸੰਤਾ ਸਿੰਘ ਜਿਹੜੇ ਨਿੰਗ ਸੀਗੇ ਉਹਨਾਂ ਦੀ ਤਾਂ ਉਹ ਚਲੇ ਗਏ ਇੱਥੋਂ ਸੰਸਾਰ ਪੂਛ ਕਰਕੇ। ਇਹ ਹੈਗੇ ਨੇ ਅਮਨ ਸਿੰਘ, ਉਹਨਾਂ ਚੋਂ ਘੋੜਿਆਂ ਦਾ ਉਹ ਹੈ। ਸੋ ਸਾਨੂੰ ਜਦ ਤੱਕ ਤੁਸੀਂ ਇਹ ਕਹਿਣਾ ਵੀ ਜਿਹੜਾ ਕਸੂਰ ਅਸੀਂ ਆਹ ਕਰ ਦਾਂਗੇ, ਤੁਸੀਂ ਇੱਕ ਘਟਨਾ ਨੂੰ ਪਹਿਲਾਂ ਤੁਸੀਂ ਜੇ ਕਹਿੰਦੇ ਹੋ ਕਿ ਉਹਨੂੰ ਬੰਦੇ ਦੇ ਲੱਤ ਬਾਂਹ ਵੱਢ ਕੇ ਉਹਨੂੰ ਉੱਥੇ ਪੁਲਿਸ ਬੈਰੀਕੇਡ ਤੇ ਟੰਗਣਾ, ਪੁਲਿਸ ਬੈਰੀਕੇਡ ਟੰਗਣਾ ਸ਼ੰਕੇ ਪੈਦਾ ਕਰਦੇ ਵੀ ਪੁਲਿਸ ਉੱਥੇ ਕੀ ਕਰਦੀ ਸੀ। ਸਿੰਘੂ ਬਾਰਡਰ ਦੇ ਸਾਹਮਣੇ ਕਿਸਾਨਾਂ ਦੀ ਸਟੇਜ ਦੇ ਸਾਹਮਣੇ ਟੰਗਣਾ, ਇਹ ਸ਼ੰਕੇ ਪੈਦਾ ਕਰਦਾ ਕਿ ਸਰਕਾਰ ਦੀ ਚਾਲ ਹੈ, ਕਿਉਂਕਿ ਨਹੀਂ ਤਾਂ ਆਪਦੇ ਪਿੰਡ ਦੇ ਅੱਗੇ ਟੰਗਦੇ, ਜਿੱਥੇ ਉਹਨੇ ਬੇਅਦਬੀ ਕੀਤੀ ਸੀ ਉੱਥੇ ਟੰਗਦੇ। ਇੱਕ ਲਾਈਨ ਕਹੂੰਗਾ ਲਾਸਟ, ਜਦ ਇਹ ਸ਼ੰਕੇ ਪੈਦਾ ਕਰਦਾ ਹੈ ਤਾਂ ਇਹ ਅੱਜ ਸਰਕਾਰ ਦੀ ਡਿਊਟੀ ਹੈ ਕਿ ਉਹ ਸਾਹਮਣੇ ਲੋਕਾਂ ਦੇ ਆਵੇ ਕਿ ਭਾਈ ਅਸੀਂ ਇਹ ਕਤਲ ਕਰਵਾਇਆ, ਉਹ ਨਿਆਇਕ ਜਾਂਚ ਕਰਵਾਵੇ, ਉਹ ਇਹਨਾਂ ਦੇ ਟੈਲੀਫੋਨਾਂ ਨੂੰ ਦੇਖ ਕੇ ਵੀ ਕਿਹੜਾ ਬੰਦਾ ਲੈ ਕੇ ਗਿਆ ਹੈ। ਨਹੀਂ ਤਾਂ ਫਿਰ ਉਹ ਸੰਧੂ ਤੋਂ ਪਿੰਕੀ ਦੇ ਉੱਤੇ ਸ਼ੰਕੇ ਉੱਠਦੇ ਨੇ, ਉਹ ਸੱਚ ਹੈ ਝੂਠ ਹੈ ਉਹ ਤਾਂ ਸਮਾਂ ਦੱਸੂਗਾ, ਇਨਕੁਆਇਰੀ ਕਰਾਉਣ ਦੀ ਲੋੜ ਹੈ। ਠੀਕ ਹੈ ਮਾਲੀ ਸਾਹਿਬ, ਇਹਦਾ ਮਤਲਬ ਮੰਨ ਕੇ ਚੱਲੀਏ ਕਿ ਜਿਹੜੀਆਂ ਵੀ ਉੱਥੇ ਜਥੇਬੰਦੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਦਾ ਟਕਰਾਅ ਤੇ ਮੋਰਚੇ ਨੂੰ ਫੇਲ ਕਰਨ ਵਾਸਤੇ ਉੱਥੇ ਬੈਠੇ ਗਏ। ਮਾਲੀ ਸਾਹਿਬ, ਇਹ ਸਟੇਟਮੈਂਟ ਦਿੱਤੀ ਜਾ ਸਕਦੀ ਹੈ ਜਾਂ ਇਹ ਸਟੇਟਮੈਂਟ ਬਹੁਤ ਜ਼ਿਆਦਾ ਸਖਤ ਹੈ? ਤੁਸੀਂ ਕੇਪੀ ਜੀ ਇੱਕ ਗੱਲ ਦੇਖੋ, ਜਿਹੜੇ ਕਹਿੰਦੇ ਸੀ 26 ਜਨਵਰੀ ਨੂੰ ਬਾਬਾ ਬਘੇਲ ਸਿੰਘ ਦਾ ਇਤਿਹਾਸ ਦੁਹਰਾਤਾ, ਉਹ ਮੋਰਚੇ ਚੋਂ ਨਿਖੜੇ ਹੋਏ ਨੇ ਸਾਰੇ। ਅੱਜ ਉਹ ਸਾਰੇ ਨਿਹੰਗਾਂ ਦੀ ਵਾਹ ਕਰਦੇ ਨੇ, ਨਿਹੰਗਾਂ ਦੀ ਨਹੀਂ, ਇਸ ਕਤਲ ਦੀ, ਵਹਿਸ਼ੀਆਨਾ ਕਤਲ ਦੀ ਵਾਹ ਕਰ ਰਹੇ ਨੇ। ਤੁਸੀਂ ਆਪਸੀ ਤਾਲਮੇਲ ਤਾਂ ਦੇਖੋ ਨਾ ਜੀ ਕੀ ਬਣ ਰਿਹਾ। ਜਿਨ੍ਹਾਂ ਨੂੰ ਨਿਹੰਗਾਂ ਨੇ ਹੁਣ ਤੱਕ ਪ੍ਰੋਟੈਕਟ ਕੀਤਾ, ਨਿਹੰਗ ਛਾਉਣੀਆਂ 'ਚ ਜਾ ਕੇ ਦੀਪ ਸਿੱਧੂ ਆ ਜਿਹੜਾ ਭਾਸ਼ਣ ਦਿੰਦਾ, ਤੇ ਉਹ ਸਾਰੇ ਚਾਹੇ ਉਹ ਅਜਮੇਰ ਸਿੰਘ ਆ, ਚਾਹੇ ਉਹ ਕਾਕਸੀ ਸਿੱਖ ਨੇ, ਚਾਹੇ ਉਹ ਦੀਪ ਸਿੱਧੂ ਆ, ਉਹ ਅੱਜ ਬੱਲੇ ਬੱਲੇ ਕਰ ਰਹੇ ਨੇ ਕਿ ਕੌਣ ਟੰਗਤਾ। ਤੁਸੀਂ ਦੇਖੋ ਉਹੀ ਜਿਹੜਾ ਅਮਨ ਸਿੰਘ ਆ, ਜਿਹੜਾ ਤੁਸੀਂ ਉਹਨਾਂ ਦੀਆਂ ਸਟੇਟਮੈਂਟਾਂ ਦੇਖ ਲਓ ਕੇਪੀ ਜੀ ਕਿੰਨੀਆਂ ਟਕਰਾਉਂਦੀਆਂ ਨੇ। ਪਹਿਲਾਂ ਪਿੰਕੀ, ਉਹ ਕਹਿੰਦਾ ਪਿੰਕੀ ਨੂੰ ਮੈਂ ਚੰਡੀਗੜ੍ਹ ਮਿਲਿਆ ਸੁਰਜੀਤ ਸਿੰਘ ਦੀ ਵਰਸੀ ਤੇ, ਉੱਥੇ ਜਦੋਂ ਗੱਲ ਖਤਮ ਹੋਈ ਪਿੰਕੀ ਨੇ ਕਿਹਾ ਬਾਬਾ ਜੀ ਫਿਰ ਗਾਹਾਂ ਕਿਵੇਂ ਕਰਨਾ? ਮੈਂ ਕਿਹਾ ਭਾਈ ਚਾਹੇ ਸੋਨਾ ਮੂਰੇ ਰੱਖਦੇ ਅਸੀਂ ਇਹ ਕੰਮ ਨਹੀਂ ਕਰਨਾ। ਫਿਰ ਪਿੰਕੀ ਕਹਿੰਦਾ ਮੈਂ ਉਹਨੂੰ ਜਾਣਦਾ ਬਹੁਤ ਪੁਰਾਣਾ। ਹੁਣ ਅਮਨ ਵੀ ਕਹਿਣ ਲੱਗ ਗਿਆ ਸਾਡੇ ਕੋਲੇ ਤਾਂ ਜੀ ਬਹੁਤ ਚਿਰ ਦਾ ਆਉਂਦਾ ਜਾਂਦਾ। ਪਿੰਕੀ ਆਪਣੇ ਕੰਮ ਜਾਂਦਾ ਮੰਤਰੀ ਨੂੰ ਮਿਲਣ, ਸਿੰਘੂ ਬਾਰਡਰ ਤੇ ਉਹਨੂੰ ਅਮਨ ਸਿੰਘ ਮਿਲ ਜਾਂਦਾ। ਸਿੰਘੂ ਬਾਰਡਰ ਦੇ ਵਿੱਚ ਦੀ ਤਾਂ ਮੇਰਾ ਖਿਆਲ ਆ ਰਸਤਾ ਹੀ ਨਹੀਂ ਹੈ ਦਿੱਲੀ ਨੂੰ, ਇਹ ਸੜਕ ਤੇ ਵੀ ਜਾਂਦਾ ਉਹ ਅਮਨ ਸਿੰਘ ਮਿਲ ਜਾਂਦਾ ਤੇ ਨਾਲ ਉਹ ਮੰਤਰੀ ਕੋਲੇ ਚਲਿਆ ਜਾਂਦਾ। ਮੰਤਰੀ ਕੋਲੇ ਜੇ ਕੋਈ ਕੰਮ ਜਾਂਦੇ ਨੇ ਦਫ਼ਤਰਾਂ 'ਚ ਕਿਸੇ ਨੂੰ ਸਿਰੋਂ ਪਾਉ ਨਹੀਂ ਪੈਂਦੇ, ਉਹ ਘਰ ਗਏ ਨੇ, ਗੱਲਾਂ ਹੋਈਆਂ ਨੇ, ਸਿਰੋਂ ਪਾਉ ਦਿੱਤਾ, ਸਾਰਾ ਕੁਝ ਦਿੱਤਾ ਤੇ ਮੁੜ ਕੇ ਆ ਕੇ ਕਹਿੰਦਾ ਸਾਨੂੰ ਆਫਰ ਕੀਤੀ ਸੀ 10 ਲੱਖ ਦੀ, ਤੁਸੀਂ ਇੱਥੇ ਚਲੇ ਜਾਓ। ਦੂਜਾ 1 ਲੱਖ ਦੀ ਟਰਾਲੀ ਸਾਨੂੰ ਉਹਨਾਂ ਨੇ ਦੇਤੀ ਪਰ ਅਸੀਂ ਠੁਕਰਾਤੀ। ਇਸ ਕਰਕੇ ਉਹਨਾਂ ਨੇ ਤਸਵੀਰਾਂ ਜਾਰੀ ਕੀਤੀਆਂ ਨੇ। ਨਿਹੰਗ ਜਥੇਬੰਦੀਆਂ ਕਹਿੰਦੀਆਂ ਨੇ ਸਾਨੂੰ ਤਾਂ ਪਤਾ ਹੀ ਨਹੀਂ। ਜਦੋਂ ਬੇਅਦਬੀ ਹੋ ਗਈ, ਇਹ ਵੀ ਇੱਕ ਪੁਆਇੰਟ ਆ ਜੀ, ਜਿਵੇਂ ਪਹਿਲਾਂ ਇਹ ਮੋਰਚੇ ਤੇ ਚਾਦਰ ਪਾਉਣ ਦੀ ਕੋਸ਼ਿਸ਼ ਕੀਤੀ ਸੀ ਨਾ, ਇਹਨੂੰ ਸਿੱਖ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਸੇ ਤਰ੍ਹਾਂ ਹੁਣ ਇਹਨੂੰ ਬੇਅਦਬੀਆਂ ਦਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਬਹੁਤ ਵੱਡਾ ਪੁਆਇੰਟ ਹੈ। ਇਹ ਅਸੀਂ ਕਹਿੰਦਾ ਬੇਅਦਬੀਆਂ ਸਾਡੇ ਲਈ ਮੁੱਖ ਗੱਲ ਨੇ, ਕਿਸਾਨੀ ਸੈਕੰਡਰੀ ਗੱਲ ਆ। ਅਸੀਂ ਤਾਂ 200 ਬੇਅਦਬੀਆਂ ਦਾ ਹਿਸਾਬ ਕਿਤਾਬ ਲਵਾਂਗੇ ਜੀ,
ਹੁਣ ਅਮਨ ਸਿੰਘ ਇਹ ਗੱਲਾਂ ਕਰ ਰਿਹਾ। ਬਹੁਤ ਵੱਡਾ ਪੁਆਇੰਟ ਚੁੱਕਤਾ ਤੁਸੀਂ, ਕਰਦੀਆਂ ਨੇ। ਬਹੁਤ ਵੱਡਾ ਪੁਆਇੰਟ ਚੁੱਕਤਾ ਮਿਸਟਰ ਮਾਲੀ ਤੁਸੀਂ। ਮੈਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਆਵਾਂਗੇ। ਮੇਰੀ ਕੋਸ਼ਿਸ਼ ਹੈ ਕਿ ਮੈਂ ਇਹਨਾਂ ਨੂੰ ਪੂਰੀ ਗੱਲ ਕਰਨ ਦਾ ਮੌਕਾ ਦੇਵਾਂ, ਪਰ ਸਮੇਂ ਦੀ ਨਜ਼ਾਕਤ ਹੈ, ਉਸ ਕਰਕੇ ਮੈਨੂੰ ਇਹਨਾਂ ਨੂੰ ਰੋਕਣਾ ਵੀ ਪੈਂਦਾ। ਪਰ ਇਹ ਮੁੱਦੇ ਬਹੁਤ ਵੱਡੇ ਖੜੇ ਹੋ ਚੁੱਕੇ, ਨਿਸ਼ਾਨੇ ਤੇ ਨਿਹੰਗ ਕਿਉਂ, ਵਾਪਸ ਆ ਕੇ ਫਿਰ ਪੁੱਛੂੰਗਾ ਜ਼ਰੂਰ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਸਿੰਘੂ ਬਾਰਡਰ ਤੇ ਮਰਡਰ ਤੋਂ ਬਾਅਦ ਅਸਲੀ ਤੇ ਨਕਲੀ ਨਿਹੰਗ ਵਾਲੀ ਬਹਿਸ ਕਿਉਂ ਛਿੜੀ? ਡਾਕਟਰ ਗਰਗ, ਜੇ ਤੁਸੀਂ ਸੰਖੇਪ ਵਿੱਚ ਮੈਨੂੰ ਦੱਸ ਸਕੋ। ਮਿਸਟਰ ਮਾਲੀ ਨੇ ਤਾਂ ਕਹਿਤਾ ਅਸਲੀ ਤੇ ਨਕਲੀ ਵਾਲੀ ਬਹਿਸ ਨਹੀਂ ਹੋਣੀ ਚਾਹੀਦੀ। ਡਾਕਟਰ ਗਰਗ, ਅਸਲੀ ਤੇ ਨਕਲੀ ਨਿਹੰਗ ਵਾਲੀ ਬਹਿਸ ਨਹੀਂ ਹੋਣੀ ਚਾਹੀਦੀ ਜਾਂ ਹੋਣੀ ਚਾਹੀਦੀ ਹੈ, ਜਾਂ ਅਸੀਂ ਉਹਨਾਂ ਨੂੰ ਇੱਕ ਕਤਾਰ ਵਿੱਚ ਖੜੇ ਕਰ ਦਈਏ ਕਿ ਸਾਰੇ ਨਿਹੰਗ ਸਿੰਘ, ਸਾਰੀਆਂ ਜਥੇਬੰਦੀਆਂ ਜਿਹੜੀਆਂ ਉੱਥੇ ਬੈਠੀਆਂ ਹੈਗੀਆਂ ਉਹ ਮੋਰਚੇ ਦੇ ਹੱਕ ਵਿੱਚ ਨਹੀਂ ਹੈਗੀਆਂ? ਡਾਕਟਰ ਗਰਗ। ਨਹੀਂ, ਮੈਂ ਇਸ ਗੱਲ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੁੰਦਾ। ਜਿਹੜੇ ਪਿਛਲੇ ਕਹਿੰਦੇ ਨੇ ਵੀ ਕਮਿੰਗ ਇਵੈਂਟਸ ਕਾਸਟ देयर ਸ਼ੈਡੋਜ਼ ਬਿਫੋਰ, ਜੋ ਕੁਝ ਪਿੱਛੇ ਹੋਇਆ ਹੈ, ਜਿਹੜਾ ਬੰਦਾ ਜੋ ਕੁਝ ਕਰਦਾ ਉਹਨੂੰ ਦੇਖ ਕੇ ਕਿਹਾ ਜਾਂਦਾ ਹੈ ਕਿ ਨਿਹੰਗ ਜਥੇਬੰਦੀਆਂ ਨੇ ਜੋ ਕਰਿਆ। ਪਰ ਅਜੇ ਵੀ ਨਿਹੰਗ ਜਥੇਬੰਦੀਆਂ ਜੇ ਡਿਫਰੈਂਸ਼ੀਏਟ ਕਰਨੀ ਆਪਦੇ ਆਪ ਨੂੰ, ਜਿਹੜਾ ਕਿ ਕਤਲ, ਜਿਹੜੀਆਂ ਇਹ ਕਹਿੰਦੇ ਨੇ ਕਤਲ ਜਾਇਜ਼ ਹੈ, ਬੇਅਦਬੀ ਦੇ ਬਾਵਜੂਦ ਮੰਨਿਆ ਵੀ ਬੇਅਦਬੀ ਕਰੀ ਆ, ਐ ਮੰਨ ਲਓ ਆਪਾਂ, ਤਾਂ ਵੀ ਇਹ ਕਤਲ ਜਾਇਜ਼ ਨਹੀਂ। ਦੂਜੀ ਗੱਲ, ਇਸ ਤਰੀਕੇ ਨਾਲ ਬਿਲਕੁਲ ਹੀ ਜਾਇਜ਼ ਨਹੀਂ ਹੈ। ਉਹ ਇਸ ਤਰੀਕੇ ਨਾਲ ਕਰਨਾ ਹੋਰ ਵੀ, ਇਹ ਜਿਹੜੀ ਹੈ ਇਹਨੇ ਤਾਂ ਝਟਕੇ ਦੀ ਆਦਤ ਹੈ, ਇਹਨਾਂ ਦੀ ਹਲਾਲ ਕਰਨ ਦੀ ਤਾਂ ਆਦਤ ਹੀ ਨਹੀਂ, ਤਾਂ ਹਲਾਲ ਕਰਕੇ ਮਾਰਿਆ। ਸੋ ਇਹ ਜਿਹੜੀ ਹੈ, ਜਿੰਨਾ ਚਿਰ ਉਹ ਜਥੇਬੰਦੀਆਂ, ਉਹਨਾਂ ਚ ਤੁਸੀਂ ਉਹਨੂੰ ਚੰਗੇ ਮਾੜੇ ਦਾ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਦੇ। ਜੇ ਤੁਸੀਂ ਜਿਹੜਾ ਬੰਦਾ ਕਾਤਲ ਆ ਉਹਨੂੰ ਆਪਦੇ ਕੋਲ ਛਾਂ ਦਿੰਦੇ ਹੋ, ਉਹਦੀ ਛਤਰੀ ਥੱਲੇ ਲੁਕਾਉਂਦੇ ਹੋ, ਉਹਦੇ ਜਸਟੀਫਿਕੇਸ਼ਨ ਚ ਪੈਂਦੇ ਹੋ, ਉਹਨੂੰ ਸੱਚਾ ਕਹਿੰਦੇ ਹੋ, ਉਹਨੂੰ ਠੀਕ ਕਹਿੰਦੇ ਹੋ, ਤਾਂ ਮੈਨੂੰ ਲੱਗਦਾ ਨਹੀਂ ਵੀ ਫੇਰ ਇਨਸਾਫ ਦੀ, ਸੱਚ ਦੀ ਕਿਤੇ ਗੁਹਾਰ ਲਗਾਈ ਜਾ ਸਕਦੀ ਹੈ। ਸਿੰਘ ਜਥੇ, ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ, ਉਹਨਾਂ ਦਾ ਇਤਿਹਾਸ ਚੰਗਾ ਹੈ, ਕੋਈ ਸ਼ੱਕ ਨਹੀਂ ਹੈ, ਪਰ ਉਹਨਾਂ ਦਾ ਇਤਿਹਾਸ ਦੂਜਾ ਪਾਸਾ ਵੀ ਹੈਗਾ। ਇਹ ਦੋਨੇ ਪਾਸੇ ਸਾਨੂੰ ਦੇਖਣ ਦੀ ਲੋੜ ਪਊਗੀ ਕਿ ਉਹ ਸਰਕਾਰਾਂ ਦੇ ਨਾਲ ਰਲੇ ਨੇ, ਉਹ ਅੰਗਰੇਜ਼ਾਂ ਨਾਲ ਵੀ ਲੜਦੇ ਸੀ, ਐ ਨਹੀਂ ਹੈ ਵੀ ਉਦੋਂ ਨਹੀਂ, ਉੱਥੇ ਵੀ ਇਤਿਹਾਸ ਹੈਗਾ। ਸੋ ਗਿਣਤੀ ਘਟਦੀ ਵੱਧਦੀ ਰਹਿੰਦੀ ਹੈ। ਜਥੇਦਾਰ ਕਿਹੜੇ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ। ਤੇ ਜਦ ਤੱਕ ਨਿਹੰਗ ਜਥੇਬੰਦੀਆਂ ਇਸ ਗੱਲ ਨੂੰ ਇਹ ਰਿਅਲਾਈਜ਼ ਕਰਕੇ ਨਹੀਂ ਚੱਲਦੀਆਂ ਕਿ ਇਹ ਜਿਹੜਾ ਮੋਰਚਾ ਹੈ ਕਿਸਾਨਾਂ ਦਾ, ਇਹ ਮੋਰਚਾ ਪੰਜਾਬ ਦੀ ਕਿਸਾਨੀ ਦੀ, ਪੂਰੇ ਭਾਰਤੀ ਕਿਸਾਨੀ ਦੀ, ਹੁਣ ਤਾਂ ਬਲਕਿ ਮੈਂ ਕਹਾਂਗਾ ਦੁਕਾਨਦਾਰ, ਹੋਰ ਛੋਟੇ ਜਿਹੜਾ ਵੀ ਰੋਟੀ ਖਾਣ ਵਾਲਾ, ਜਿਹਦੇ ਪੇਟ ਲੱਗਿਆ, ਉਹਦੀ ਰਾਖੀ ਦੇ ਵਾਸਤੇ ਮੋਰਚਾ ਹੈ। ਇਸ ਕਰਕੇ ਨਿਹੰਗ ਸਿੰਘਾਂ ਨੇ ਉਹਦੀ ਮਦਦ ਕਰਨੀ ਹੈ, ਨਾ ਕਿ ਉਹਦੇ ਚ ਡਿਸੀਜਨ ਮੇਕਿੰਗ ਬਣਨਾ ਹੈ, ਜਾਂ ਉਹਦੇ ਜਾ ਕੇ ਉਸਨੂੰ ਬੇਅਦਬੀਆਂ ਦੇ ਮੁੱਦੇ ਚ। ਮੈਂ ਸਹਿਮਤ ਹਾਂ ਮਾਲੀ ਸਾਹਿਬ ਨਾਲ। ਹੁਣ ਪਹਿਲਾਂ ਉਹਨਾਂ ਨੇ ਆਖਿਆ ਨੂੰ ਸਿੱਖੀ ਦਾ ਬਣਾ ਤਾ ਸਰਕਾਰ, ਇਹ ਸਰਕਾਰ ਦੀ ਚਾਲ ਹੈ। ਸਰਕਾਰ ਪਹਿਲਾਂ ਚਾਹੁੰਦੀ ਸੀ ਵੀ ਸਿੱਖੀ ਦਾ ਮੋਰਚਾ ਬਣਾਓ, ਠੀਕ ਹੈ, ਕਹੋ ਇੱਥੇ ਅੱਤਵਾਦੀ ਆ ਗਏ। ਇੱਕ ਲਾਈਨ ਚ ਮੈਂ ਕਹਾਂਗਾ, ਇੱਕੋ ਮਿੰਟ ਮੈਂ ਜਿਹੜਾ ਦਿੱਤਾ ਉਹਦੇ ਚ ਅੱਧੇ ਮਿੰਟ ਚ ਫੋਟੋ ਬਸ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਹਿਤਾ ਸੀ ਇਹਨਾਂ ਚ ਖਾਲਿਸਤਾਨੀ ਆ ਵੜੇ, ਅੱਤਵਾਦੀ ਆ ਵੜੇ। ਇਹ ਰਾਜ ਸਭਾ ਚ ਭਾਸ਼ਣ ਹੈ, ਰਿਕਾਰਡਡ ਹੈ। ਇਹ ਸਿੱਖ ਕਹਿ ਕੇ ਕਿਹਾ, ਸਿੱਖ 47 ਦੇ ਦੰਗਿਆਂ ਨੂੰ, 84 ਦੇ ਦੰਗਿਆਂ ਨੂੰ ਯਾਦ ਰੱਖਣ। ਅੱਜ ਉਹੀ ਉਹ ਸਾਬਤ ਕਰ ਰਹੇ ਨੇ। ਜੋ ਕੁਝ ਬੀਜੇਪੀ ਸਰਕਾਰ ਕਹਿ ਰਹੀ ਹੈ, ਕੇਂਦਰ ਸਰਕਾਰ ਕਹਿ ਰਹੀ ਹੈ ਮੋਰਚੇ ਬਾਰੇ, ਉਹੀ ਕੁਝ ਇਹ ਕਹਿ ਰਹੇ ਨੇ। ਚਲੋ ਫਿਰ ਆਪਾਂ ਇਹਨਾਂ ਨੂੰ ਕਿਵੇਂ ਖੈਰ ਖੁਆਹ ਮੰਨ ਲਈਏ? ਠੀਕ ਹੈ ਮਾਲੀ ਸਾਹਿਬ, ਕਿਸੇ ਨੂੰ ਤਾਂ ਹੁਣ ਭੂਮਿਕਾ ਨਿਭਾਉਣੀ ਪਊਗੀ ਨਾ। ਜੇ ਤੁਸੀਂ ਸਾਰੇ ਲੋਕ ਇਹ ਗੱਲ ਕਹਿ ਰਹੇ ਹੋ ਕਿ ਇਹਦੇ ਪਿੱਛੇ ਬਹੁਤ ਵੱਡੀ ਕੌਨਸਪੀਰੇਸੀ ਹੈ, ਉਹਦੀ ਜਾਂਚ ਹੋਣੀ ਚਾਹੀਦੀ ਹੈ, ਨਿਆਇਕ ਜਾਂਚ ਹੋਣੀ ਚਾਹੀਦੀ, ਸਭ ਕੁਝ ਸਾਹਮਣੇ ਆਉਣਾ ਚਾਹੀਦਾ, ਪਰ ਹੁਣ ਤੱਕ ਕਿਸੇ ਨੂੰ ਭੂਮਿਕਾ ਅਦਾ ਕਰਨੀ ਪਊਗੀ ਮਾਲੀ ਸਾਹਿਬ, ਕਿਉਂਕਿ ਹੁਣ ਸਮਾਜ ਦੇ ਵਿੱਚ ਜਿਹੜਾ ਇੱਕ ਸੁਨੇਹਾ ਜਾ ਰਿਹਾ, ਉਹ ਟੁੱਟ ਦਾ ਸੁਨੇਹਾ ਜਾ ਰਿਹਾ, ਵਖਰੇਵੇਂ ਦਾ ਸੁਨੇਹਾ ਜਾ ਰਿਹਾ। ਮਿਸਟਰ ਮਾਲੀ, ਦੇਖੋ ਜੀ, ਦੋ ਹੀ ਗੱਲਾਂ ਪਹਿਲਾਂ ਹੋਈਆਂ। ਮੈਂ ਪਹਿਲਾਂ ਵੀ ਕਿਹਾ ਕਿ ਸਾਡਾ ਬੀਤਿਆ, ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਜੇ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਦੇਗਾ। ਖਾਲਸਾ ਪੰਥ ਦੀ ਰਹਿਤ ਮਰਿਆਦਾ ਇਹ ਨਹੀਂ ਮੰਨਦੇ ਜੀ, ਕਿਰਤ ਨਾਲੋਂ ਇਹ ਟੁੱਟੇ ਹੋਏ ਨੇ ਜੀ। ਵੰਡ ਕੇ ਛਕਣ ਦੀ ਥਾਂ ਖੋ ਕੇ ਛਕਣ ਦੀ ਆਦਤ ਆ। ਗੁਰਦੁਆਰਿਆਂ ਤੋਂ ਰਸਦਾਂ ਲੈਂਦੇ ਨੇ, ਧੱਕੇ ਨਾਲ ਸਾਰਾ ਕੁਝ ਕਰਦੇ ਨੇ। ਕਿਸਾਨ ਅੰਦੋਲਨ ਦਾ ਵਰਤਾਂਤ ਇਹ ਨਹੀਂ ਮੰਨਦੇ ਜੀ। ਫਿਰ ਹਮੇਸ਼ਾ ਡਾਈਵਰਸ਼ਨ ਹੁੰਦੀ ਆ। ਸੋ ਮੇਰੀ ਤਾਂ ਬੇਨਤੀ ਇਹੀ ਆ ਸਾਰੇ ਲੋਕਾਂ ਨੂੰ, ਸਾਰੇ ਜੋ ਸੰਘਰਸ਼ ਨਾਲ ਜੁੜੇ ਹੋਏ ਨੇ ਕਿਸਾਨ ਜਥੇਬੰਦੀਆਂ ਨੇ, ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੋਧੀ ਹੋਣ ਦੀ ਥਾਂ ਸ਼ਬਦ ਗੁਰੂ ਨਾਲ ਜੁੜੋ, ਵਿਚਾਰ ਨਾਲ ਜੁੜੋ, ਸਿਧਾਂਤ ਨੂੰ ਬੁਲੰਦ ਕਰੋ। ਜੇ ਅੱਜ ਤੱਕ ਇਸ ਗੱਲ ਦਾ ਵੀ ਸਬੂਤ ਨਹੀਂ ਵੀ ਸਰਬਲੋ ਗ੍ਰੰਥ ਦੀ ਉਹਨੇ ਉਹ ਕੀਤੀ ਆ, ਆਪਣੀ ਬੇਅਦਬੀ ਕੀਤੀ ਆ, ਉਹਦਾ ਵੀ ਸਬੂਤ ਨਹੀਂ, ਕਿਉਂਕਿ ਨਿਹੰਗ ਸਿੰਘ ਕਹਿੰਦੇ ਨੇ ਇਸ ਕਰਕੇ ਠੀਕ ਆ ਜੀ। ਹੁਣ ਤੁਸੀਂ ਗੋਲੀਆਂ ਉਹਨੂੰ ਕੁੱਟ ਵੱਢ ਕੇ, ਉਹਨੇ ਕਿਹਾ ਵੀ ਉਹ ਵੀ ਹਾਲੇ ਫੋਰੈਂਸਿਕ ਸਾਇੰਸ ਦੇਖੂ, ਉਹਦੇ ਬੁੱਲ ਹੋਰ ਤਰ੍ਹਾਂ ਬੋਲਦੇ ਨੇ। ਉਹ ਆਵਾਜ਼ ਆ ਜਿਹੜੀ 30,000 ਦੇ ਕੇ 20 ਬੰਦੇ ਭੇਜੇ ਨੇ, ਫਿਰ ਤਾਂ ਉਹਨੂੰ ਜਿਉਂਦੇ ਰੱਖਣਾ ਜ਼ਰੂਰੀ ਸੀ, ਉਹਨੂੰ ਸਾਹਮਣਾ ਜ਼ਰੂਰੀ ਸੀ। ਪੱਤਰ ਉਹਨੇ ਨਹੀਂ ਪਾੜਿਆ, ਉਹਦੀ ਕੋਈ ਵੀਡੀਓ ਹੈ ਨਹੀਂ। ਤੇ ਸਾਰੀ ਉਹ ਜਨਤਾ ਜਿਹੜੀ ਕਿਸਾਨ ਅੰਦੋਲਨ ਦੀ ਦੇਸ਼ ਵਿਦੇਸ਼ ਚ ਵਿਰੋਧ ਕਰਦੀ ਆ,
ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈਂਦਾ, ਸਾਰੀ ਦੁਨੀਆ ਬੱਲੇ ਬੱਲੇ ਕਰਦੀ ਆ ਪੰਜਾਬ ਦੀ ਸਿੱਖਾਂ ਦੀ, ਤੇ ਪੰਜਾਬੀਆਂ ਤੇ ਸਿੱਖਾਂ ਦੇ ਵਿੱਚ ਹੀ ਇੱਕ ਇਹੋ ਜਿਹਾ ਅੰਸਰ ਖੜਾ ਹੋ ਗਿਆ ਜਿਹੜਾ ਧੁਰ ਤੋਂ ਲੈ ਕੇ ਇਸ ਮੋਰਚੇ ਨੂੰ ਢਾਹ ਲਾਉਣ ਤੇ ਲੱਗਿਆ ਹੋਇਆ। ਇਸ ਕਰਕੇ ਸਾਨੂੰ ਬਿਨਾਂ ਕਿਸੇ ਲੱਗ ਲਵੇਟ ਤੋਂ ਸੱਚ ਤੇ ਪਹਿਰਾ ਦੇਣਾ ਚਾਹੀਦਾ, ਤੱਥਾਂ ਦੀ ਖੋਜ ਕਰਨੀ ਚਾਹੀਦੀ ਹੈ। ਠੀਕ ਹੈ। ਗੁਰਮੀਤ ਸਿੰਘ ਮਹਿਮਾ, ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਤੁਸੀਂ ਇੰਨਾ ਖੁੱਲ੍ਹ ਕੇ ਕਿਉਂ ਨਹੀਂ ਬੋਲਦੇ ਪਏਗੇ ਕਿ ਜਾਂ ਤੁਹਾਨੂੰ ਡਰ ਹੈ ਨਿਹੰਗ ਸਿੰਘਾਂ ਤੋਂ, ਉਹਨਾਂ ਜਥੇਬੰਦੀਆਂ ਤੋਂ? ਗੁਰਮੀਤ ਸਿੰਘ ਮਹਿਮਾ, ਕਿਉਂਕਿ ਹੁਣ ਵੀ ਇੱਕ ਘਟਨਾ ਵਾਪਰੀ ਹੈ, ਮੁਰਗਾ ਮੰਗਦੇ ਪਏ ਸੀ, ਲੱਤ ਤੋੜਤੀ ਹੈ, ਹੁਣ ਉਹ ਕੌਣ ਬੰਦੇ ਆ ਤੁਹਾਨੂੰ ਪਤਾ? ਗੁਰਮੀਤ ਸਿੰਘ ਮਹਿਮਾ, ਵੇਖੋ ਜੀ, ਜਿਹੜਾ ਸਾਡਾ ਫੈਸਲਾ ਹੁੰਦਾ ਕੋਈ ਵੀ ਬੋਲਦੇ ਆ, ਅਸੀਂ ਉਹ ਪੂਰੀ 32 ਜਥੇਬੰਦੀਆਂ ਦੀ ਮੀਟਿੰਗ, ਉਸ ਤੋਂ ਬਾਅਦ ਐਸਕੇਐਮ ਦੀ ਮੀਟਿੰਗ ਉਹ ਹੀ ਬੋਲਦੇ ਆ ਸਾਰਾ ਕੁਝ, ਵੀ ਬਕਾਇਦਾ ਜਥੇਬੰਦਕ ਤਾਣੇ ਬਾਰੇ ਨਹੀਂ ਬੋਲਿਆ ਜਾਵੇ। ਉਹ ਲਗਾਤਾਰ ਅਸੀਂ ਬੋਲ ਰਹੇ ਆ, 26 ਵਾਲੀ ਘਟਨਾ ਤੇ ਵੀ ਬੋਲੇ ਆ, ਉਦੋਂ ਬਾਅਦ ਵੀ ਬੋਲਦੇ ਰਹੇ ਆ, ਪਰ ਜਿਹੜਾ ਬੋਲਣ ਦੇ ਵਿੱਚ ਜਿਹੜਾ ਸਿੱਖ ਜਥੇਬੰਦੀਆਂ ਦਾ ਯੋਗਦਾਨ ਪਹਿਲਾਂ ਵੱਡਾ ਰਿਹਾ, ਉਹਦੇ ਕਰਕੇ ਜਿਹੜੀ ਮੋਰਚੇ ਦੇ ਆਗੂਆਂ ਦੀ ਆਵਾਜ਼ ਦੱਬੀ ਰਹਿ ਜਾਂਦੀ ਏ। ਲੋਕਾਂ ਵੱਲੋਂ ਲਗਾਤਾਰ ਹਮਲਾ ਕਰ ਦਿੱਤਾ ਜਾਂਦਾ ਹੈ ਕਿ ਇਹ ਤਾਂ ਜੀ ਸਿੱਖਾਂ ਦੇ ਵਿਰੁੱਧ ਬੋਲਦੇ ਨੇ, ਪਰ ਅਸੀਂ ਕਦੀ ਵੀ ਸਿੱਖਾਂ ਦੇ ਵਿਰੁੱਧ ਨਹੀਂ ਬੋਲੇ। ਜਿਹੜੀਆਂ ਘਟਨਾਵਾਂ ਹੋ ਰਹੀਆਂ ਵਿਅਕਤੀ ਕਰ ਰਹੇ ਨੇ ਉਹਨਾਂ ਦੇ ਵਿਰੁੱਧ ਬੋਲਦੇ ਰਹੇ ਆ, ਔਰ ਹੁਣ ਵੀ ਬੋਲਾਂਗੇ। ਔਰ ਉਹਦੇ ਸਾਡੇ ਬੋਲਣ ਕਰਕੇ ਅੱਜ ਇੱਕ ਕੁਝ ਜਥੇਬੰਦੀਆਂ ਅਮਨ ਸਿੰਘ ਦੇ ਪਿੱਠ ਤੋਂ ਪਿੱਛੇ ਹਟੀਆਂ ਨੇ, ਉਹਨਾਂ ਦੇ ਦਲ ਨੇ ਵੀ ਸ਼ਾਇਦ ਆਏ ਕਿ ਅਸੀਂ ਅਮਨ ਨੂੰ ਇੱਥੋਂ ਕੱਢਾਂਗੇ, ਔਰ ਅਗਲਾ ਇਹਦੇ ਨਾਲ ਜਾਂਚ ਕਰਕੇ ਜੇ ਦੋਸ਼ੀ ਤੇ ਇਹਦੇ ਨਾਲ ਕੋਈ ਵੀ ਜਿਹੜਾ ਕਾਰਵਾਈ ਕੀਤੀ ਜਾਵੇ। ਇੱਥੋਂ ਤੱਕ ਇਹ ਬੋਲਣ ਕਰਕੇ ਹੋਇਆ। ਨਹੀਂ, ਤੁਸੀਂ ਇਹ ਖੋਲ ਕੇ ਕਿਉਂ ਨਹੀਂ ਕਹਿੰਦੇ ਪਏ ਅਣਮਨੁੱਖੀ ਤਸ਼ੱਦਦ ਕੀਤਾ ਗਿਆ? ਇਹ ਪ੍ਰਵਾਨ ਨਹੀਂ ਹੈਗਾ ਨਾ ਸਿੱਖੀ ਫਲਸਫੇ 'ਚ ਤੇ ਨਾ ਇਨਸਾਨੀਅਤ ਦੇ ਫਲਸਫੇ ਵਿੱਚ। ਵੇਖੋ ਜੀ, ਇਹਦੇ 'ਚ ਜਿਹੜਾ ਬੋਲ ਰਹੇ ਆ, ਇਹਦੇ 'ਚ ਇੱਕ ਸਾਡਾ ਜਿਹੜਾ ਪਹਿਲਾ ਬਿਆਨ ਆਇਆ ਸੀ ਜਥੇਬੰਦੀਆਂ ਦਾ ਕਿ ਇਹ ਘਟਨਾ ਜਿਹੜੀ ਹੋਈ ਏ ਇਹ ਨਿੰਦਣਯੋਗ ਏ, ਮਾੜੀ ਹੋਈ ਏ, ਬੇਅਦਬੀ ਮਾੜੀ ਏ, ਪਰ ਹੋਈ ਨਹੀਂ ਕਿ ਇਹਦੇ ਪਿੱਛੇ ਸਾਜ਼ਿਸ਼ ਏ, ਉਹ ਨੰਗੀ ਹੋਣੀ ਚਾਹੀਦੀ ਏ, ਔਰ ਇਹਦੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਏ ਜਿੰਨਾ ਕੀਤਾ ਹੈ, ਜਿੰਨਾ ਉਸ ਬੰਦੇ ਦਾ। ਠੀਕ ਹੈ। ਰਜਿੰਦਰ ਖਾਲਸਾ ਜੀ, ਲਾਸਟ ਪੁਆਇੰਟ ਤੁਹਾਡਾ ਚਾਹੀਦਾ 1 ਮਿੰਟ ਦੇ ਵਿੱਚ। ਰਜਿੰਦਰ ਖਾਲਸਾ ਜੀ, ਸਰ ਹੁਣ ਜਿਹੜੇ ਲੋਕ ਇਸ ਚਰਚਾ ਨੂੰ ਵੀ ਸੁਣਦੇ ਪਏ ਆ, ਜਾਂ ਜਿਹੜੇ ਲੋਕ ਇਸ ਬਾਣੇ ਤੋਂ ਪ੍ਰਭਾਵਿਤ ਹੈਗੇ ਆ, ਉਸ ਬਾਣੇ ਦੇ ਵਿਚਾਲੇ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ, ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਤੁਸੀਂ ਰਜਿੰਦਰ ਖਾਲਸਾ ਜੀ? ਕਿਉਂਕਿ ਜਿਹੜੇ ਇਸ ਬਾਣੇ ਨੂੰ ਨਹੀਂ ਸਮਝਦੇ, ਜਿਹੜੇ ਸਿਰਫ ਇਸ ਫਲਸਫੇ ਨੂੰ ਸਮਝਦੇ ਆ ਕਿ ਸੇਵਾ ਕਰਦੇ ਆ, ਇਹ ਇਕੱਠੇ ਲੰਗਰ ਛਕਦੇ ਆ, ਭਾਈ ਕਨਈਆ ਦੇ ਵਾਰਿਸ ਹੈ, ਇਹ ਉਹਨਾਂ ਲੋਕਾਂ ਨੂੰ ਕੀ ਦੱਸੋਗੇ ਤੁਸੀਂ? ਮੈਂ ਸਿਰਫ ਉਹਨਾਂ ਨੂੰ ਹੀ ਨਿਹੰਗਾਂ ਬਾਰੇ ਨਹੀਂ, ਨਿਹੰਗ ਵੀਰਾਂ ਬਾਰੇ ਨਹੀਂ ਦੱਸਾਂਗਾ, ਮੈਂ ਸਾਰਿਆਂ ਬਾਰੇ ਕਹਾਂਗਾ ਕਿ ਸਿਰਫ ਕਿਸੇ ਦੇ ਪਹਿਰਾਵੇ ਨੂੰ ਦੇਖ ਕੇ ਪ੍ਰਭਾਵਿਤ ਨਾ ਹੋ ਜਾਓ। ਕਿਸੇ ਦੇ ਪਹਿਰਾਵੇ ਨੂੰ ਦੇਖ ਕੇ ਉਹਨੂੰ ਸਮਝ ਲੈਣਾ, ਮਹਾਂਪੁਰਖ ਸਮਝ ਲੈਣਾ, ਬੜਾ ਬ੍ਰਹਮ ਗਿਆਨੀ ਸਮਝ ਲੈਣਾ, ਇਹ ਸਭ ਤੋਂ ਵੱਡੀ ਮੂਰਖਤਾ ਹੈ। ਜਿਹੜੀ ਅੱਜ ਦੀ ਡਿਬੇਟ ਚੱਲ ਰਹੀ ਨਾ, ਉਹਦੇ ਬਾਅਦ ਮੈਂ ਲਾਸਟ ਇੱਕ ਗੱਲ ਕਹਿਣਾ ਚਾਹੁੰਦਾ ਉਹਦੇ ਬਾਰੇ। ਇਹ ਜਿਹੜਾ ਨਿਰਣਾ ਇਹ ਨਿਹੰਗ ਵੀਰਾਂ ਨੇ ਕਰਨਾ ਹੈ, ਨਿਹੰਗ ਸਿੰਘ ਜਥੇਬੰਦੀਆਂ ਨੇ ਕਰਨਾ ਹੈ। ਜੇ ਉਹਨਾਂ ਨੇ ਮੋਰਚੇ ਦੇ ਵਿੱਚ ਰਹਿਣਾ ਹੈ ਤੇ ਉਹਨਾਂ ਨੂੰ ਕਿਸਾਨ ਆਗੂਆਂ ਦੀ ਲੀਡਰਸ਼ਿਪ ਐਕਸੈਪਟ ਕਰਨੀ ਪਏਗੀ, ਪਹਿਲੀ ਗੱਲ। ਦੂਸਰੀ ਗੱਲ, ਉਹਨਾਂ ਨੂੰ ਇਹ ਮੰਨਣਾ ਪਏਗਾ ਕਿ ਇਹ ਮੋਰਚਾ ਜਿਹੜਾ 3 ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਾਸਤੇ, ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਔਰ MSP ਨੂੰ ਕਾਨੂੰਨੀ ਦਰਜਾ ਦਿਵਾਉਣ ਦੇ ਵਾਸਤੇ ਹੈ। ਇਹਦੇ ਵਿੱਚ ਹੋਰ ਕੋਈ ਮੁੱਦਾ ਨਹੀਂ, ਇਹਨੂੰ ਕੋਈ ਰਿਲੀਜੀਅਸ ਇਸ਼ੂ ਹੋਰ ਨਹੀਂ ਇਹਦੇ ਵਿੱਚ। ਜੇ ਉਹ ਡਿਸਪਲਿਨ ਦੇ ਵਿੱਚ ਨਹੀਂ ਰਹਿ ਸਕਦੇ ਤੇ ਇਹਦਾ ਮਤਲਬ ਹੈ ਵੀ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਕਿਸਾਨ ਮੋਰਚੇ ਨੂੰ। ਔਰ ਇਹ ਕਹੀ ਜਾਣਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਨਾਲ ਆ, ਤੇ ਜਿਹੜੀ ਲੀਡਰਸ਼ਿਪ ਨੇ ਅਗਵਾਈ ਕਰਨੀ ਹੈ ਉਹਦੇ ਤੋਂ ਬਾਗੀ ਹੋਣਾ, ਇਹ ਐਕਸੈਪਟੇਬਲ ਨਹੀਂ ਹੋ ਸਕਦਾ। ਚਲੋ, ਬਹੁਤ ਧੰਨਵਾਦ ਰਜਿੰਦਰ ਖਾਲਸਾ ਜੀ ਤੁਹਾਡਾ। ਗੁਰਮੀਤ ਸਿੰਘ ਮਹਿਮਾ ਤੁਹਾਡਾ ਬਹੁਤ ਧੰਨਵਾਦ। ਡਾਕਟਰ ਪਹਿਲਾ ਗਰਗ ਤੁਹਾਡਾ ਬਹੁਤ ਧੰਨਵਾਦ। ਮਾਲਵਿੰਦਰ ਸਿੰਘ ਮਾਲੀ ਤੁਹਾਡਾ ਬਹੁਤ ਧੰਨਵਾਦ। ਜਿਨ੍ਹਾਂ ਨੂੰ ਮੈਂ ਵਕਤ ਘੱਟ ਦੇ ਸਕਿਆ ਉਹਨਾਂ ਤੋਂ ਮੈਂ ਮਾਫੀ ਮੰਗਦਾ। ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਪੁਆਇੰਟਸ ਦੇ ਵਿੱਚ ਸਾਰਾ ਕੁਝ ਤੁਹਾਨੂੰ ਸਾਹਮਣੇ ਆ ਜਾਵੇ, ਪਰ ਜਿਸ ਤਰੀਕੇ ਨਾਲ ਨਿਹੰਗ ਸਿੰਘ, ਨਿਹੰਗ ਜਥੇਬੰਦੀਆਂ ਤੇ ਇਲਜ਼ਾਮ ਲੱਗਦੇ ਪਏ, ਉਹਨਾਂ ਨੂੰ ਇਹ ਨਿਰਣੇ ਕਰਨਾ ਪਊਗਾ ਕਿ ਇੱਥੇ ਅਗਵਾਈ ਹੈ ਜਿਹੜੀ ਉਹ ਕਿਸਾਨ ਜਥੇਬੰਦੀਆਂ ਦੀ ਚੱਲੂਗੀ, ਇੱਥੇ ਅਨੁਸ਼ਾਸਨ ਹੈ ਜਿਹੜਾ ਉਹ ਕਿਸਾਨ ਮੋਰਚੇ ਦਾ ਚੱਲੂਗਾ। ਜੇ ਉਹ ਅਗਵਾਈ ਇਹਨਾਂ ਦੀ ਕਬੂਲਤੇ ਹੈ ਤਾਂ ਉੱਥੇ ਰਹਿਣ, ਤੇ ਜਿਹੜੇ ਉਹਨਾਂ ਦੇ ਸਵਾਲ ਉੱਠੇ ਹੈਗੇ ਆ ਉਹਨਾਂ ਸਵਾਲਾਂ ਦੇ ਜਵਾਬ ਦੇਣ। ਉਸ ਜਿਹੜੇ ਇਹ ਕਾਰਵਾਈਆਂ ਵਿੱਚ ਸ਼ਾਮਲ ਹੈ, ਜਿਹਨੇ ਕਿਸੇ ਨੇ ਲੱਤ ਤੋੜਤੀ, ਜਿਹਨੇ ਕਿਸੇ ਨੇ ਗੁੱਟ ਵੜਤਾ, ਜਿਹਨੇ ਕਿਸੇ ਨੇ ਮਰਡਰ ਕਰਤਾ, ਜੇ ਉਹਨਾਂ ਦੇ ਨਾਲ ਖੜੇ ਆ ਫਿਰ ਉਹ ਮੋਰਚੇ ਨੂੰ ਢਾਹ ਲਾਉਣ ਵਾਸਤੇ ਖੜੇ ਹੈਗੇ ਆ। ਕੋਸ਼ਿਸ਼ ਕਰੂੰਗਾ ਅਗਲੀ ਵਾਰ ਕੋਈ ਨਿਹੰਗ ਸਿੰਘ ਜਾਂ ਕੋਈ ਨਿਹੰਗ ਜਥੇਬੰਦੀ ਦਾ ਕੋਈ ਨੁਮਾਇੰਦਾ ਵੀ ਇਸ ਡਿਬੇਟ ਵਿੱਚ ਸ਼ਾਮਲ ਹੋਵੇ, ਤੇ ਫਿਰ ਉਹਨਾਂ ਨੂੰ ਵੀ ਪੁੱਛਾਂਗੇ ਨਿਸ਼ਾਨੇ ਤੇ ਨਿਹੰਗ ਕਿਉਂ ਹੈ। ਬਹੁਤ ਧੰਨਵਾਦ।